ਵਿਸ਼ੇਸ਼ ਤੌਰ ਤੇ ਕਿ 14 ਤਰੀਕ ਨੂੰ 13 ਤਰੀਕ ਸਮਝੋ ਰਾਤ ਨੂੰ ਮੇਰਾ ਖਿਆਲ ਹੈ ਬਾਹਰ ਬੋਰਡ ਤੇ ਲੱਗਿਆ ਹੈ ਦੇਸੀ ਮਹੀਨੇ ਦੇ ਹਿਸਾਬ ਨਾਲ 12 ਮਾਹ ਦੇ ਹਿਸਾਬ ਨਾਲ ਨਵਾਂ ਸਾਲ ਮਨਾਵਾਂਗੇ। ਸਮੁੱਚੇ ਸੰਸਾਰ ਸੰਗਤਾਂ ਵੱਲੋਂ ਸ਼ੁਕਰਗੁਜ਼ਾਰ ਹਾਂ ਅਕਾਲ ਪੁਰਖ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਬੜੇ ਖੁੱਲ੍ਹੇ ਪੰਡਾਲ ਖੁੱਲ੍ਹੇ ਸਮੇਂ ਗੁਰਬਾਣੀ ਕੀਰਤਨ ਕਥਾ ਵਿਚਾਰ 7 ਦਿਨ ਪ੍ਰਵਾਹ ਚਲਾ ਦਿੱਤਾ। ਆਓ ਗੁਰੂ ਚਰਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਵਿਘਨਨ ਕੇ ਨਾਸਕ, ਵਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ। ਗੁਰੂ ਕੋਟ ਲੋ ਬੰਦਾ ਗਿਓ, ਤਹਿ ਥਾਂ ਥਾਣਾ ਬੰਦੇ ਕਿਓ। ਗੁਰੂ ਕੋਟ ਲੋ ਬੰਦਾ ਗਿਓ, ਤਹਿ ਥਾਂ ਥਾਣਾ ਬੰਦੇ ਕਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸਤਿਗੁਰਾਂ ਦੀ ਰਹਿਮਤ ਸਦਕਾ ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ ਅੰਦਰ ਹਾਜ਼ਰੀ ਭਰਨ ਵਾਸਤੇ ਸਤਿਗੁਰੂ ਨੇ ਸਮਾਂ ਝੋਲੀ ਵਿੱਚ ਪਾਇਆ। ਸਮੇਂ ਨੂੰ ਸਫਲਾ ਕਰੀਏ। ਬੇਨਤੀ ਹੈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣਦੇ ਹੋਏ
ਦੋਵੇਂ ਹੱਥ ਜੋੜ ਕਰਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ ਗੁਰੂ ਕੋਟ ਲੋ ਬੰਦਾ ਗਿਓ। ਖਾਲਸਾ ਜੀ ਬੀਤੇ ਦਿਨੀ ਸਰਵਣ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਖਾਲਸਾ ਪੰਥ ਦੇ ਨਾਲ ਜਦੋਂ ਕਹਿਲੂਰ ਜਿੱਤ ਲਿਆ, ਕਹਿਲੂਰ ਜਿੱਤਣ ਤੋਂ ਬਾਅਦ ਬਿਲਾਸਪੁਰ ਦੀ ਰਿਆਸਤ ਨੂੰ ਜਿੱਤਿਆ ਤੇ ਬਿਲਾਸਪੁਰ ਦੀ ਰਿਆਸਤ ਦੇ ਵਿੱਚ ਖਾਲਸਾ ਜੀ ਗੁਰੂ ਕਿਆਂ ਸਿੰਘਾਂ ਨੇ, ਕੇਵਲ 5 ਗੁਰੂ ਕੇ ਸਿੰਘਾਂ ਨੇ 1300 ਚੀਏ ਮੀਏ ਪਹਾੜਾਂ ਦੀਆਂ ਕੌਮਾਂ ਨੂੰ ਹਰਾ ਕੇ ਵਿਖਾਇਆ। ਜਿਹੜੇ ਚੜ੍ਹ ਕੇ ਆਏ ਸੀ ਖਾਲਸਾ ਜੀ, ਜਿਹੜੇ ਹਜ਼ਾਰਾਂ ਸਿਪਾਹੀਆਂ ਨੂੰ ਲੈ ਕਰਕੇ ਆਏ ਸੀ, ਉਹਨਾਂ ਤੋਂ ਇੱਕ ਭਾਈ ਬਾਗੜ ਸਿੰਘ ਦਾ ਪੈਰ ਵੀ ਨਾ ਚੱਕਿਆ ਗਿਆ ਤੇ ਇੱਕ ਇੱਕ ਹਾਥੀ ਦੇ ਵਿੱਚ 18,000 ਹਾਥੀ ਜਿੰਨੀ ਤਾਕਤ ਸੀ, ਜਿਸ ਹਾਥੀ ਦਾ ਨਾਂ ਕਵਲੀਆਂ ਪੀੜ ਹਾਥੀ ਸੀ। ਇੱਕ ਹਾਥੀ ਦੇ ਵਿੱਚ 18,000 ਜਿੰਨੀ ਹਾਥੀਆਂ ਦੀ ਤਾਕਤ ਤੇ ਉਸ ਤਰ੍ਹਾਂ ਦੇ 7 ਹਾਥੀ ਕਿਲਿਆਂ ਦੇ ਬਾਹਰ ਖਿਲਾਰੇ ਸੀ ਤੇ ਭਾਈ ਕੇਰ ਸਿੰਘ ਨੇ ਇੱਕੋ ਤੀਰ ਮਾਰਿਆ ਤੇ ਇੱਕੋ ਤੀਰ ਨੇ 7 ਦੇ 7 ਹਾਥੀ ਮਾਰ ਕੇ ਗਿਰਾ ਦਿੱਤੇ। ਤੇ ਜਿਹੜਾ ਕਿਲੇ ਦਾ ਬੂਹਾ ਸੀ, 4 ਚੂਲਾਂ ਵਾਲਾ ਵੱਡਾ ਕਿਲੇ ਦਾ ਬੂਹਾ, ਉਹ ਵੀ ਖਾਲਸਾ ਜੀ ਭਾਈ ਬੱਜਰ ਸਿੰਘ ਨੇ ਇੱਕੋ ਤੀਰ ਮਾਰਿਆ ਤੇ ਕਿਲੇ ਦਾ ਦਰਵਾਜ਼ਾ ਭੰਨ ਦਿੱਤਾ। ਐਸਾ ਬਲ, ਐਸੀ ਤਾਕਤ ਉੱਥੇ ਕਲਗੀਆਂ ਵਾਲੇ ਪਾਤਸ਼ਾਹ ਦੀ ਵਰਤੀ। ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਰਿਆਸਤਾਂ ਫਤਿਹ ਕੀਤੀਆਂ, ਪਹਾੜਾਂ ਦੇ ਵਿੱਚ ਇੱਕ ਇਲਾਕਾ ਹੈ ਗੁਰੂ ਕੋਟ ਕਰਕੇ, ਉਸ ਥਾਂ ਦੇ ਉੱਤੇ ਹੁਣ ਜਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਡੇਰਾ ਕੀਤਾ ਤੇ ਥਾਂ ਥਾਣਾ ਬੰਦੇ ਕਿਹੋ। ਤੇ ਗੁਰੂ ਕੋਟ ਸ਼ਹਿਰ ਦੇ ਆਲੇ ਦੁਆਲੇ ਥਾਣੇ ਬਣਾ ਦਿੱਤੇ ਕਿ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਸੁਣਵਾਈ ਹੋਵੇ, ਲੋਕਾਂ ਦੇ ਨਾਲ ਨਿਆਂ ਕੀਤਾ ਜਾਵੇ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਪਹਿਰੇ ਲਗਾ ਲਏ। ਸੁਖੇਤੜ ਆਏ ਬੰਦੇ ਜੀ ਮਿਲੇ। ਗੁਰੂ ਕੋਟ ਸ਼ਹਿਰ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸੁਕੇਤ ਮੰਡੀ ਰਾਜੇ ਕੋਲ ਆਏ। ਸੁਕੇਤ ਮੰਡੀ ਰਾਜੇ ਦੇ ਨਾਲ ਆ ਕਰਕੇ ਮਿਲਾਪ ਕੀਤਾ। ਭਏ ਨਦੌਣੀ ਵਕੀਲ ਤਹਿ ਭਏ। ਤੇ ਨਦੌਣ ਰਾਜੇ ਦੇ ਵਕੀਲ ਵੀ ਸੁਕੇਤ ਮੰਡੀ ਆ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮੁਲਾਕਾਤ ਕਰਦੇ ਨੇ। ਉਤੋਂ ਚੁੱਕੋ ਪਾਤਸ਼ਾਹੀ ਸੋ ਲਿਓ ਖਜ਼ਾਨੋ। ਤੇ ਖਾਲਸਾ ਜੀ ਜਿਹੜਾ ਵੀ ਸਰਕਾਰੀ ਸ਼ਾਹੀ ਖਜ਼ਾਨਾ ਸੀ, ਲੋਕਾਂ ਦੇ ਨਜ਼ਰਾਨੇ ਦਾ, ਉਗਰਾਹੀ ਦਾ, ਉਹ ਸਾਰਾ ਬੰਦਾ ਸਿੰਘ ਬਹਾਦਰ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। ਕੋ ਚੜਾਵੇ ਦੇ ਬਹਾਨੋ। ਤੇ ਕਹਿੰਦੇ ਕੋਈ ਆਮ ਸਿੱਖ ਆਮ ਸ਼ਰੀਰ ਬਹਾਨੇ ਦੇ ਨਾਲ ਭੇਟਾ ਲੈ ਕਰਕੇ, ਚੜਾਵਾ ਲੈ ਕਰਕੇ ਬੰਦਾ ਸਿੰਘ ਬਹਾਦਰ ਕੋਲ ਆਉਂਦਾ ਹੈ। ਤਿਨਕੇ ਬੰਦਾ ਕਿਰਪਾ ਕਰੇ। ਤੇ ਜਿਹੜਾ ਵੀ ਖਾਲਸੇ ਪੰਥ ਨੂੰ ਦਸਵੰਧ ਦਿੰਦਾ, ਭੇਟਾ ਦਿੰਦਾ, 5 ਸਿੰਘਾਂ ਤੋਂ ਅਰਦਾਸ ਕਰਕੇ ਗੁਰੂ ਦੀ ਕਿਰਪਾ ਉਹਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਜ਼ਰੂਰ ਵਰਤਾਉਂਦਾ। ਵਕੀਲ ਰਹੇ ਤਿਸ ਪਾਸੇ ਖਰੇ। ਤੇ ਜਿਹੜੇ ਵਕੀਲ ਆਏ ਨੇ ਨਦੌਣ ਦੇ ਰਾਜੇ ਦੇ, ਉਹ ਬੰਦਾ ਸਿੰਘ ਬਹਾਦਰ ਕੋਲ ਹੱਥ ਜੋੜ ਕੇ ਖੜੇ ਹੋਏ ਨੇ। ਹੋਏ ਸਿੱਖ ਜੋ ਪੈਸਾ ਦੇ। ਤੇ ਜਿਹੜਾ ਕੋਈ ਸਿੱਖ ਆ ਕਰਕੇ ਖਾਲਸੇ ਨੂੰ ਮਾਇਆ ਦਾ ਮੱਥਾ ਟੇਕਦਾ ਹੈ, ਟਕੇ ਪਾਤਸ਼ਾਹੀ ਦੇਨ ਮੰਨ ਗਏ। ਖਾਲਸਾ ਜੀ ਬਾਦਸ਼ਾਹੀਆਂ ਦੀ ਸਰਕਾਰੀ ਸ਼ਾਹੀ ਖਜ਼ਾਨਿਆਂ ਨੂੰ ਉਗਰਾਹੀ ਬੰਦ ਕਰ ਦਿੱਤੀ ਤੇ ਹਰ ਇੱਕ ਬੰਦਾ ਭਾਵੇਂ ਟਕਾਈ ਦਵੇ ਪਰ ਖਾਲਸੇ ਨੂੰ ਜ਼ਰੂਰ ਦੇ ਕੇ ਜਾਂਦਾ। ਸਰਕਾਰਾਂ ਨੂੰ ਟੈਕਸ ਦੇਣੇ, ਨਜ਼ਰਾਨਾ ਦੇਣਾ ਬੰਦ ਹੋ ਗਿਆ ਤੇ ਲੋਕਾਂ ਵਿੱਚ ਪ੍ਰਚਲਿਤ ਹੋ ਗਿਆ ਜੇ ਦਸਵੰਧ ਦੇਣਾ ਤੇ ਖਾਲਸੇ ਨੂੰ ਦਈਏ। ਬੰਦੇ ਪਰਬਤ ਮਲ ਕਹਾਇਓ ਪਾਤਸ਼ਾਹ। ਕਹਿੰਦੇ ਜਦੋਂ ਬੰਦਾ ਸਿੰਘ ਬਹਾਦਰ ਨੇ ਪਰਬਤਾਂ ਨੂੰ ਮੱਲ ਲਿਆ, ਪਹਾੜਾਂ ਨੂੰ ਜਿੱਤ ਲਿਆ ਤੇ ਆਪਣੇ ਆਪ ਨੂੰ ਉੱਥੋਂ ਦਾ ਬਾਦਸ਼ਾਹ ਕਹਿਲਾ ਦਿੱਤਾ। ਲਏ ਟਕੇ ਪਾਤਸ਼ਾਹੀ ਬੰਦੇ ਉਗਰਾਹਾ। ਤੇ ਬਾਦਸ਼ਾਹਾਂ ਦੀ ਉਗਰਾਹੀ ਬੰਦਾ ਸਿੰਘ ਬਹਾਦਰ ਖੁਦ ਕਰਨ ਲੱਗ ਪਏ। ਦੋਰਾ ਬੰਦਾ ਪਰਬਤ ਛੋੜ ਬਹਿ ਗੁਰੂ ਕਹਾਇਓ ਆਪ। ਪਰਬਤਾਂ ਨੂੰ, ਪਹਾੜੀ ਰਿਆਸਤਾਂ ਨੂੰ ਜਿੱਤ ਕੇ ਖਾਲਸੇ ਨੂੰ ਦੇ ਦਿੱਤਾ ਤੇ ਖੁਦ ਬੰਦਾ ਸਿੰਘ ਬਹਾਦਰ ਪਹਾੜਾਂ ਤੇ ਗੱਦੀ ਲਾ ਕਰਕੇ ਬੈਠ ਗਏ।
ਇੱਕ ਆਪਣੀ ਵੱਖਰੀ ਗੱਦੀ ਲਗਾ ਲਈ। ਕਿਤੇ ਕਹਾਇਓ ਜੁਝਾਰ ਸਿੰਘ ਕੋਈ ਆਪ ਠੋਰ ਬੇਹੋ ਥਾਪ। ਤੇ ਕਿਤੇ ਕਿਤੇ ਜਾ ਕਰਕੇ ਇਹ ਵੀ ਪ੍ਰਚਲਿਤ ਹੋ ਗਿਆ ਕਿ ਸ਼ਾਇਦ ਬਾਬਾ ਜੁਝਾਰ ਸਿੰਘ ਦੁਬਾਰਾ ਆ ਗਏ। ਭਾਵ ਜਦੋਂ ਗੁਰੂ ਖਾਲਸਾ ਪੰਥ ਤੋਂ ਵੱਖਰੇ ਹੋ ਕਰਕੇ ਗੱਦੀ ਲਾਈ ਤੇ ਇਸ ਤਰ੍ਹਾਂ ਆਪਣੇ ਆਪ ਨੂੰ ਉੱਥੋਂ ਦਾ ਗੁਰੂ ਕਹਿਲਾਉਣਾ ਸ਼ੁਰੂ ਕਰ ਦਿੱਤਾ। ਦੋਹਰਾ ਨਿਤ ਨਕੀਬ ਬੁਲਾਏ ਸੋਇਤ ਬਿਦ ਹੋਕਾ ਦਵਾਏ। ਤੇ ਜਿਸ ਤਰ੍ਹਾਂ ਕਹਿੰਦੇ ਬਾਦਸ਼ਾਹ ਦੇ ਚੋਬਦਰ ਹੋਕਾ ਦਿੰਦੇ ਨੇ ਨਾ, ਜਿਹੜੇ ਬੰਦਾ ਬਹਾਦਰ ਦੇ ਸਿੱਖ ਬਣੇ, ਜਿਨ੍ਹਾਂ ਨੂੰ ਅੱਜ ਵੀ ਬੰਦਈ ਸਿੱਖ ਕਿਹਾ ਜਾਂਦਾ। ਇਤਿਹਾਸ ਵਿੱਚ ਅੱਗੇ ਆਵੇਗਾ ਜਦੋਂ ਤੱਤ ਖਾਲਸੇ ਦਾ ਤੇ ਬੰਦਈ ਸਿੱਖਾਂ ਦਾ ਵਿਰੋਧ ਹੋਇਆ, ਉਹ ਬੰਦਈ ਸਿੱਖ ਹੋਕਾ ਦੇਣ ਲੱਗ ਪਏ ਕਿ ਸਾਡੇ ਬੰਦੇ ਦੇ ਵਿੱਚ ਬਹੁਤ ਕਰਾਮਾਤ ਹੈ। ਇਤਨੇ ਕਰੋ ਨਾ ਕੰਮ ਤੁਮ ਸੋ ਮੈਂ ਦਿਓ ਬਤਾਏ। ਤੇ ਜਿਹੜੇ ਬੰਦਾ ਬਹਾਦਰ ਦੇ ਸ਼ਰਧਾਲੂ ਬਣੇ, ਉਹਨਾਂ ਨੂੰ ਇਹ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਵੀ ਸਰਕਾਰ ਦਾ ਕੰਮ ਨਹੀਂ ਕਰਨਾ, ਜੋ ਮੈਂ ਕਵਾਂਗਾ ਤੁਸਾਂ ਨੇ ਉਹੀਓ ਕਰਨਾ ਹੈ। ਸੋ ਪਈ ਇਸਤਰੀ ਤਨ ਜੋ ਗਹਿਣਾ ਹੋਈ। ਬੰਦਾ ਬਹਾਦਰ ਨੇ ਇਹ ਕਿਹਾ ਵੀ ਜੇ ਕਿਸੇ ਔਰਤ ਨੇ ਕੋਈ ਗਹਿਣਾ ਪਾਇਆ ਹੋਇਆ ਹੈ, ਸੋਨਾ ਪਾਇਆ ਹੋਇਆ ਹੈ, ਤਾਂ ਕੋ ਹਾਥ ਨ ਲਾਓ ਕੋਈ। ਤਾਂ ਤੁਸਾਂ ਨੇ ਕਦੇ ਵੀ ਇਸਤਰੀ ਉੱਤੇ ਵਾਰ ਨਹੀਂ ਕਰਨਾ, ਕਿਸੇ ਬੀਬੀ ਨੂੰ ਲੁੱਟਣਾ ਨਹੀਂ, ਕਿਸੇ ਬੀਬੀ ਦੀ ਇੱਜ਼ਤ ਨੂੰ ਨਹੀਂ ਲੁੱਟਣਾ, ਬਲਕਿ ਉਹਦੀ ਰਾਖੀ ਕਰਨੀ ਹੈ। ਇਸ ਤਰ੍ਹਾਂ ਦੇ ਬਚਨ ਆਪਣੇ ਪੈਰੋਕਾਰਾਂ ਨੂੰ ਕੀਤੇ ਕਿ ਕਿਸੇ ਵੀ ਇਸਤਰੀ ਦੀ ਇੱਜ਼ਤ ਨੂੰ ਹੱਥ ਨਹੀਂ ਪਾਉਣਾ, ਬਲਕਿ ਇਸਤਰੀ ਦੀ ਬੀਬੀ ਦੀ ਇੱਜ਼ਤ ਦੀ ਰਾਖੀ ਕਰਨੀ ਹੈ। ਪੁਰਸ਼ ਪੋਸ਼ਾਕਿਓ ਸਿਰ ਕੀ ਪਾਗ। ਤੇ ਜੇ ਕੋਈ ਪੁਰਸ਼ ਹੋਵੇ, ਬੰਦਾ ਹੋਵੇ, ਉਹਦੇ ਤਨ ਤੇ ਪੁਸ਼ਾਕ ਹੋਵੇ ਤੇ ਸਿਰ ਤੇ ਪੱਗ ਬੰਨੀ ਹੋਵੇ, ਇਨ ਪੀ ਕੋਈ ਹੱਥ ਨ ਲਾਗ। ਤਾਂ ਕਿਸੇ ਬੰਦੇ ਦੀ ਪੱਗ ਨੂੰ ਵੀ ਹੱਥ ਨਹੀਂ ਲਾਉਣਾ, ਕਿਉਂਕਿ ਪੱਗ ਬੰਦੇ ਵਾਸਤੇ ਇੱਜ਼ਤ ਦੇ ਸਮਾਨ ਹੁੰਦੀ ਹੈ, ਪਗੜੀ ਲੋਕਾਂ ਵਾਸਤੇ ਇੱਜ਼ਤ ਦੇ ਸਮਾਨ ਹੁੰਦੀ ਹੈ। ਭਾਰਤ ਦੇ ਵਿੱਚ ਖਾਲਸਾ ਜੀ ਪੁਰਾਣੇ ਸਮੇਂ ਦੇ ਵਿੱਚ ਭਾਵੇਂ ਮੁਸਲਮਾਨ ਸਨ, ਭਾਵੇਂ ਹਿੰਦੂ ਸਨ ਤੇ ਭਾਵੇਂ ਸਿੱਖ, ਹਰ ਇੱਕ ਵਿਅਕਤੀ ਆਪਣੇ ਸੀਸ ਤੇ ਪਗੜੀ ਜ਼ਰੂਰ ਰੱਖਦਾ ਸੀ, ਕਿਉਂਕਿ ਪਗੜੀ ਨੂੰ ਇੱਜ਼ਤ ਮੰਨਿਆ ਜਾਂਦਾ ਸੀ, ਪੱਗ ਨੂੰ ਇੱਜ਼ਤ ਕਹਿੰਦੇ ਸੀ ਲੋਕ ਆਪਣੀ। ਸੋ ਇਸ ਕਰਕੇ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਕਿਸੇ ਬੰਦੇ ਦੀ ਪੱਗ ਨੂੰ ਹੱਥ ਨਹੀਂ ਲਾਉਣਾ। ਦੋਹਰਾ ਮੰਡੀ ਵਾਲੇ ਸੁਧ ਸੈਣ ਰਾਜਾ ਵੱਡਾ ਸਦਾਏ। ਸੋ ਜਿਹੜਾ ਸੁਕੇਤ ਮੰਡੀ ਦਾ ਰਾਜਾ ਸੀ, ਸੁਧ ਸੈਣ ਰਾਜਾ, ਕਹਿੰਦੇ ਇਹਦਾ ਨਾਂ ਸੀ ਸੁਧ ਸੈਣ, ਤੇ ਆਪਣੇ ਆਪ ਦੇ ਵਿੱਚ ਬੜਾ ਵੱਡਾ ਰਾਜਾ ਖਵਾਉਂਦਾ ਸੀ। ਸੋ ਮਿਲਿਓ ਭਾਂਤ ਜਿਉ ਸੋ ਮੈਂ ਦਿਉ ਬਤਾਏ। ਸੁਧ ਸੈਣ ਰਾਜੇ ਦਾ ਬੰਦਾ ਸਿੰਘ ਬਹਾਦਰ ਦੇ ਨਾਲ ਕਿਸ ਤਰ੍ਹਾਂ ਮਿਲਾਪ ਹੋਇਆ, ਭਾਈ ਰਤਨ ਸਿੰਘ ਭੰਗੂ ਕਹਿੰਦੇ ਹੁਣ ਮੈਂ ਉਹ ਦੱਸਣ ਲੱਗਾ ਹਾਂ। ਚੌਪਈ ਮੰਡੀ ਵਾਲੇ ਯੋ ਸੁਣ ਪਾਇਆ। ਕਹਿੰਦੇ ਸੁਕੇਤ ਮੰਡੀ ਦੇ ਰਾਜੇ ਨੂੰ ਜਦੋਂ ਪਤਾ ਲੱਗਾ ਹੈ ਕਰਾਮਾਤੀ ਬੰਦਾ ਆਇਆ, ਕਿ ਬੰਦਾ ਬਹਾਦਰ ਕਰਾਮਾਤਾਂ ਦਾ ਮਾਲਕ ਹੈ, ਬੜੀਆਂ ਤਾਕਤਾਂ ਨੇ ਬੰਦਾ ਬਹਾਦਰ ਕੋਲ, ਜਦੋਂ ਪਤਾ ਲੱਗਾ ਰਾਜੇ ਨੂੰ ਕਰਾਮਾਤ ਗੁਰੂ ਗੋਬਿੰਦ ਸਿੰਘ ਦਈ, ਕਿ ਇਸ ਬੰਦਾ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਨੇ ਕਰਾਮਾਤਾਂ ਦਿੱਤੀਆਂ, ਤਾਕਤਾਂ ਦੇ ਕਰਕੇ ਇਸ ਧਰਤੀ ਤੇ ਭੇਜਿਆ ਹੈ। ਅਕਾਲ ਕਿਰਪਾ ਹੈ ਜਿਨ ਪਰ ਭਈ। ਇਹਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਹੋ ਗਈ ਹੈ। ਬੰਦੇ ਕੋ ਸਤਿਗੁਰ ਇਮ ਕਹੀ। ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਨੇ ਬਚਨ ਕਹੇ ਹਨ। ਔਰ ਮਿਆਨ ਤਲਵਾਰ ਹੈ ਵਹੀ। ਰਾਜਾ ਕਹਿਣ ਲੱਗਾ ਜਿਵੇਂ ਇੱਕ ਤਲਵਾਰ ਹੁੰਦੀ ਹੈ ਨਾ, ਤਲਵਾਰ ਦੀ ਮਿਆਨਾਂ ਜਿੰਨੀਆਂ ਮਰਜ਼ੀਆਂ ਕੋਈ ਬਣਾ ਸਕਦਾ। ਇੱਕ ਕਿਰਪਾਨ ਜਾਂ ਤਲਵਾਰ ਹੋਵੇ ਨਾ, ਆਪਾਂ ਸਿੱਧੀ ਭਾਸ਼ਾ ਦੇ ਵਿੱਚ ਲੋਕ ਕਹਿ ਦਿੰਦੇ ਨੇ ਤਲਵਾਰ ਦਾ ਕਵਰ, ਪਰ ਉਹਨੂੰ ਮਿਆਨ ਕਿਹਾ ਜਾਂਦਾ। ਕਹਿੰਦੇ ਮਿਆਨ ਵੱਖੋ ਵੱਖਰੀ ਹੋ ਸਕਦੀ ਹੈ, ਪਰ ਮਿਆਨ ਦੇ ਵਿੱਚ ਪੈਣ ਵਾਲੀ ਤਲਵਾਰ ਇੱਕੋ ਹੈ। ਕਹਿੰਦੇ ਇਸੇ ਤਰ੍ਹਾਂ ਭਾਵੇਂ ਅੱਜ ਬੰਦਾ ਸਿੰਘ ਬਹਾਦਰ ਆਇਆ, ਬੰਦਾ ਸਿੰਘ ਬਹਾਦਰ ਮਿਆਨ ਵੱਖਰੀ ਹੋ ਸਕਦੀ ਹੈ, ਪਰ ਜਿਹੜੀ ਤਾਕਤ ਵਰਤ ਰਹੀ ਹੈ ਉਹ ਤਾਕਤ ਗੁਰੂ ਗੋਬਿੰਦ ਸਿੰਘ ਵਾਲੀ ਵਰਤ ਰਹੀ। ਭਾਵ ਤਲਵਾਰ ਗੁਰੂ ਗੋਬਿੰਦ ਸਿੰਘ ਦੀ ਹੈ, ਪਰ ਹੱਥ ਵਿੱਚ ਬੰਦਾ ਸਿੰਘ ਬਹਾਦਰ ਦੇ ਹੈ। ਸੋ ਰਾਜਾ ਕਹਿਣ ਲੱਗਾ ਵੀ ਇਹਦੇ ਵਿੱਚ ਆਪ ਦੀ ਕੋਈ ਤਾਕਤ ਨਹੀਂ, ਤਾਕਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਜੇ ਭਾਈ ਤਾਰੂ ਸਿੰਘ ਜੀ ਦੇ ਵਿੱਚ, ਬਾਬਾ ਦੀਪ ਸਿੰਘ ਜੀ ਦੇ ਵਿੱਚ ਤਾਕਤ ਹੈ ਖਾਲਸਾ ਜੀ, ਤੇ ਉਹ ਤਾਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਾਕਤ ਹੈ।
ਸੋ ਇਸ ਤਰ੍ਹਾਂ ਰਾਜੇ ਨੇ ਕਿਹਾ ਵੀ ਮਿਆਨ ਭਾਵੇਂ ਬਦਲ ਗਿਆ ਹੈ, ਪਰ ਜਿਹੜੀ ਵਿੱਚ ਤਲਵਾਰ ਰੂਪੀ ਤਾਕਤ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ। ਤਿਸ ਕਾ ਦਰਸ਼ਨ ਚਹੀਏ ਪਾਇਆ। ਤੇ ਰਾਜਾ ਕਹਿਣ ਲੱਗਾ ਵੀ ਜਾ ਕਰਕੇ ਇਹਦੇ ਨਾਲ ਮੁਲਾਕਾਤ ਕਰੀਏ, ਬੰਦਾ ਸਿੰਘ ਬਹਾਦਰ ਦੇ ਦੀਦਾਰੇ ਕਰੀਏ, ਹੈ ਕਰਾਮਾਤੀ ਬੰਦਾ ਆਇਆ। ਕਿਉਂਕਿ ਬੜੀਆਂ ਤਾਕਤਾਂ ਕਰਾਮਾਤਾਂ ਲੈ ਕਰਕੇ ਆਇਆ ਹੈ। ਬਣੇ ਨਾ 300 ਬੈਰ ਕਮਾਇਆ। ਤੇ ਇਸ ਗੁਰੂ ਦੇ ਬੰਦੇ ਦੇ ਨਾਲ ਵੈਰ ਨਹੀਂ ਕਰਨਾ ਚਾਹੀਦਾ, ਵਿਰੋਧਤਾ ਨਹੀਂ ਕਰਨੀ ਚਾਹੀਦੀ, ਹੈ ਅਵਤਾਰ ਜਨ ਬੰਦਾ ਆਇਆ। ਕਿਉਂਕਿ ਇਹ ਤੇ ਕੋਈ ਅਵਤਾਰ ਜਾਪਦਾ ਹੈ। ਜਿਸ ਤਰ੍ਹਾਂ ਅਵਤਾਰ ਹੋਏ, ਅਵਤਾਰਾਂ ਵਿੱਚ ਤਾਕਤ ਹੈ, ਇਸ ਤਰ੍ਹਾਂ ਪ੍ਰਚਲਿਤ ਹੋ ਗਿਆ ਕਿ ਬੰਦਾ ਬਹਾਦਰ ਵੀ ਅਵਤਾਰ ਹੈ। ਲਿਓਗ ਲੜਾਈ ਸੋ ਹਰਾਏ। ਤੇ ਜਿਹੜਾ ਵੀ ਬੰਦਾ ਸਿੰਘ ਬਹਾਦਰ ਨਾਲ ਲੜਾਈ ਕਰਦਾ ਹੈ ਉਹ ਹਾਰ ਹੀ ਜਾਂਦਾ ਹੈ, ਜਿੱਤ ਨਹੀਂ ਸਕਦਾ। ਕਿਆ ਜਾਣੋ ਫਿਰ ਕਰ ਹੈ ਕਿਆਏ। ਸੋ ਖਾਲਸਾ ਜੀ ਕਹਿਣ ਲੱਗਾ ਵੀ ਲੜਾਈ ਕਰਕੇ ਲਾਭ ਕੋਈ ਨਹੀਂ, ਹਾਰ ਜਾਵਾਂਗੇ, ਤੇ ਜੇ ਹਾਰ ਗਏ ਫਿਰ ਪਤਾ ਨਹੀਂ ਬੰਦਾ ਬਹਾਦਰ ਨੇ ਕੀ ਵਰਤਾਰਾ ਕਰਨਾ ਹੈ। ਇਸ ਤੋਂ ਵਧੀਆ ਵੀ ਬੰਦਾ ਬਹਾਦਰ ਨਾਲ ਜਾ ਕੇ ਮੁਲਾਕਾਤ ਕਰੀਏ। ਯਹਾਂ ਬੰਦਾ ਤੋ ਕਰਤ ਚੜਾਈ। ਸੋ ਜਿੱਥੇ ਬੰਦਾ ਸਿੰਘ ਬਹਾਦਰ ਨੇ ਡੇਰਾ ਲਾਇਆ ਸੀ, ਮੋਹਰੇ ਉਤਰਿਓ ਰਾਜਾ ਆਈ। ਕਹਿੰਦੇ ਉੱਥੇ ਜਿਹੜਾ ਸੁੱਧ ਸੈਨ ਰਾਜਾ ਸੀਗਾ ਸੁਕੇਤ ਮੰਡੀ ਦਾ, ਉਹ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਆਇਆ। ਬੰਦੇ ਪੈਦਾ ਘਲ ਵਕੀਲ। ਤੇ ਰਾਜੇ ਨੇ ਆਪਣੇ ਪਹੁੰਚਣ ਤੋਂ ਪਹਿਲਾਂ ਆਪਣੇ ਵਕੀਲ ਬੰਦਾ ਬਹਾਦਰ ਕੋਲ ਭੇਜ ਦਿੱਤੇ। ਮਿਲਣ ਆਇਓ ਹੈ ਤੁਹੇ ਬਿਨ ਦੀ ਢੀਲ। ਤੇ ਇਹ ਸੱਦਾ ਪਹੁੰਚਾਇਆ ਕਿ ਸੁਕੇਤ ਮੰਡੀ ਦਾ ਰਾਜਾ ਬਿਨਾਂ ਕਿਸੇ ਦੇਰੀ ਤੋਂ ਤੁਹਾਨੂੰ ਮਿਲਣ ਆਇਆ ਹੈ। ਮੈਂ ਸਿੱਖ ਤੋਂ ਗੁਰੂ ਨਾਨਕ ਘਰ ਕੋ। ਤੇ ਸੁਕੇਤ ਮੰਡੀ ਦੇ ਰਾਜੇ ਨੇ ਕਿਹਾ ਕਿ ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖ ਹਾਂ। ਇਹ ਸੱਚ ਹੈ। ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਕੇਤ ਮੰਡੀ ਗਏ ਨੇ ਖਾਲਸਾ ਜੀ, ਅੱਜ ਵੀ ਉੱਥੇ ਸਤਿਗੁਰਾਂ ਦਾ ਪਾਵਨ ਪਵਿੱਤਰ ਸਥਾਨ ਹੈ। ਦਰਿਆ ਦੇ ਕਿਨਾਰੇ ਦੇ ਉੱਤੇ, ਪਹਾੜੀ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਜਦੋਂ ਇਸ ਸਥਾਨ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਗਏ ਤੇ ਸੱਚੇ ਪਾਤਸ਼ਾਹ ਦਰਿਆ ਦੇ ਕੰਢੇ ਦੇ ਇੱਕ ਥੜੇ ਦੇ ਉੱਤੇ ਸੁਭਾਇਮਾਨ ਹੋਏ। ਤੇ ਉਹ ਪੱਥਰ ਦਾ ਥੜਾ ਅੱਜ ਵੀ ਉੱਥੇ ਮੌਜੂਦ ਹੈ, ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਬਿਰਾਜਮਾਨ ਹੋਏ, ਉੱਥੇ ਨਿਸ਼ਾਨ ਸਾਹਿਬ ਝੁੱਲ ਰਿਹਾ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਸ ਰਾਜੇ ਨੇ ਕਿਹਾ, ਮਹਾਰਾਜ ਮੇਰੀ ਤੁਹਾਡੇ ਚਰਨਾਂ 'ਚ ਅਰਦਾਸ ਹੈ ਕਿ ਮੇਰਾ ਰਾਜ ਭਾਗ ਸਦਾ ਸਲਾਮਤ ਰਵੇ। ਕਲਗੀਆਂ ਵਾਲੇ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਕਹਿੰਦੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਇੱਕ ਭਾਂਡਾ ਸੀ ਮਿੱਟੀ ਦਾ, ਜਿਹਨੂੰ ਹਾਂਡੀ ਕਹਿ ਦਿੰਦੇ ਨੇ। ਕਹਿੰਦੇ ਮਹਾਰਾਜ ਨੇ ਉਹ ਹਾਂਡੀ ਦਰਿਆ ਦੇ ਵਿੱਚ ਸੱਟੀ ਤੇ ਮਹਾਰਾਜ ਨੇ ਤੀਰ ਹਾਂਡੀ ਨੂੰ ਮਾਰਿਆ ਤੇ ਹਾਂਡੀ ਵਿੱਚ ਛੇਕ ਹੋ ਗਿਆ। ਪਰ ਖਾਲਸਾ ਜੀ, ਭਾਂਡੇ ਵਿੱਚ ਛੇਕ ਹੋ ਜਾਵੇ ਪਾਣੀ ਵਿੱਚ ਡੁੱਬ ਜਾਂਦਾ, ਪਰ ਕਹਿੰਦੇ ਉਹ ਪਾਣੀ ਵਿੱਚ ਨਹੀਂ ਡੁੱਬੀ, ਦਰਿਆ ਦੇ ਵਿੱਚ ਤੈਰਦੀ ਰਹਿ ਗਈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਹੱਸ ਕੇ ਕਹਿਣ ਲੱਗੇ, ਰਾਜਨ ਜੈਸੇ ਬਚੀ ਹੈ ਤੇਰੀ ਹਾਂਡੀ ਵੈਸੇ ਬਚੇਗੀ ਤੇਰੀ ਮਾਂਡੀ। ਕਿ ਜਿਸ ਤਰ੍ਹਾਂ ਤੇਰੀ ਹਾਂਡੀ ਨਹੀਂ ਡੁੱਬੀ ਗੁਰੂ ਨਾਨਕ ਦੀ ਕਿਰਪਾ ਦੇ ਨਾਲ, ਤੇਰਾ ਰਾਜ ਵੀ ਕਦੇ ਡੁੱਬੇਗਾ ਨਹੀਂ, ਤੇਰਾ ਰਾਜ ਸਦਾ ਅਟਲ ਰਹੇਗਾ। ਤੇ ਜਿਸ ਵਕਤ ਅੰਗਰੇਜ਼ ਸਰਕਾਰ ਨੇ ਵੀ ਪਹਾੜੀਆਂ ਤੇ ਹਮਲੇ ਕੀਤੇ, ਕਹਿੰਦੇ ਜਦੋਂ ਸਕੇਤ ਮੰਡੀ ਵੱਲ ਜਾਂਦੇ ਸੀ ਦਿਸਣਾ ਬੰਦ ਹੋ ਜਾਂਦਾ ਸੀ। ਅੱਜ ਤੱਕ ਸਕੇਤ ਮੰਡੀ ਦੇ ਰਾਜ ਦੇ ਉੱਤੇ ਕੋਈ ਆਪਣਾ ਰਾਜ ਸਥਾਪਿਤ ਨਹੀਂ ਕਰ ਸਕਿਆ, ਅੱਜ ਤੱਕ ਉਹਦਾ ਰਾਜ ਕਾਇਮ ਰਿਹਾ। ਤੇ ਖਾਲਸਾ ਜੀ, ਉੱਥੋਂ ਦਾ ਜ਼ਿਆਦਾਤਰ ਜਿਹੜਾ ਇਲਾਕਾ ਹੈ ਉਹ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਤੇ ਬੋਲਦਾ ਹੈ। ਪਹਾੜਾਂ ਦੇ ਵਿੱਚ ਬਿਲਾਸਪੁਰ, ਰਵਾਲਸਰ, ਸਕੇਤ ਮੰਡੀ ਵੱਲ ਦਾ ਇਲਾਕਾ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਬੋਲਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਥੇ ਨਿਸ਼ਾਨ ਝੁੱਲਦੇ ਨੇ। ਤੇ ਉੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਵੀ, ਉੱਥੇ ਮਹਾਰਾਜ ਦੀਆਂ ਨਿਸ਼ਾਨੀਆਂ ਵੀ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਰਬਾਬ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬੰਦੂਕ ਹੈ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਪਲੰਗਾ ਹੈ। ਤੇ ਖਾਲਸਾ ਜੀ, ਪਲੰਗੇ ਦੇ ਉੱਤੇ ਉਹ ਬਿਸਤਰਾ ਵੀ ਉਸ ਸਮੇਂ ਦਾ ਉਹਨਾਂ ਨੇ ਸਾਂਭ ਕੇ ਰੱਖਿਆ, ਜਿਹੜਾ ਬਿਸਤਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵਰਤਿਆ। ਸੋ ਇਹ ਨਿਸ਼ਾਨੀਆਂ ਦੇ ਦਰਸ਼ਨ ਉਸ ਸਥਾਨ ਤੇ ਜਾ ਕਰਕੇ ਕੀਤੇ ਜਾ ਸਕਦੇ। ਬੜਾ ਰਮਣੀਕ ਸਥਾਨ ਹੈ। ਭਜਨ ਬੰਦਗੀ ਕਰਨ ਵਾਲਿਆਂ ਦਾ ਉੱਥੇ ਜਾ ਕਰਕੇ ਬਹੁਤ ਮਨ ਲੱਗਦਾ ਹੈ। ਸੋ ਇਸ ਤਰ੍ਹਾਂ ਸਕੇਤ ਮੰਡੀ ਦਾ ਇਹ ਜਿਹੜਾ ਰਾਜਾ ਸੀ ਖਾਲਸਾ ਜੀ, ਇਹ ਸਤਿਗੁਰੂ ਦੇ ਘਰ ਦਾ ਸ਼ਰਧਾਲੂ ਸੀ।
ਤੇ ਸੁੱਧ ਸੈਨ ਰਾਜਾ ਵੀ ਬੰਦਾ ਸਿੰਘ ਬਹਾਦਰ ਨੂੰ ਦੱਸਦਾ ਹੈ ਕਿ ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖ ਹਾਂ, ਗੁਰੂ ਨਾਨਕ ਦੇ ਘਰ ਦਾ ਸੇਵਕ ਹਾਂ। ਮੈਂ ਦਿਓ ਚੜਾਵੋ ਬੈਠੋ ਤੁਰਕੋ। ਸੋ ਜਦੋਂ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਿਰਮਲ ਪੰਥ ਚਲਾਇਆ ਹੈ, ਅਸੀਂ ਉਦੋਂ ਤੋਂ ਹੀ ਗੁਰੂ ਨਾਨਕ ਦੇ ਘਰ ਦੇ ਸ਼ਰਧਾਲੂ ਬਣੇ ਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਆ ਕਰਕੇ ਦਸਵੰਧ ਦਿੰਨੇ ਆ, ਚੜਾਵੇ ਦਿੰਨੇ ਆ। ਸੋ ਇਸ ਤਰ੍ਹਾਂ ਖਾਲਸਾ ਜੀ ਜਿਹੜੇ ਵੀ ਗੁਰੂ ਘਰ ਦੇ ਸ਼ਰਧਾਲੂ ਰਹੇ, ਉਹਨਾਂ ਦੀਆਂ ਵੰਸ਼ਜਾਂ ਅੱਜ ਤੱਕ ਵੀ ਮੌਜੂਦ ਨੇ, ਉਹਨਾਂ ਦੇ ਅੰਸ਼ਜ, ਉਹਨਾਂ ਦੇ ਵੰਸ਼ਜ ਅੱਜ ਤੱਕ ਮੌਜੂਦ ਨੇ। ਜਿਸ ਤਰ੍ਹਾਂ ਰਾਏ ਬੁਲਾਰ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕੀਤੀ ਤੇ ਅੱਜ ਵੀ ਰਾਏ ਬੁਲਾਰ ਦਾ ਨਾਮ ਇਤਿਹਾਸ ਦੇ ਵਿੱਚ ਲਿਖਿਆ, ਉਹਦੇ ਵੰਸ਼ਜ ਅੱਜ ਵੀ ਮਿਲ ਜਾਂਦੇ ਨੇ। ਸੋ ਇਸੇ ਤਰ੍ਹਾਂ ਇਸ ਰਾਜੇ ਦੇ ਤੇ ਨਾਹਨ ਦੇਸ਼ ਦਾ ਜੋ ਰਾਜਾ ਮੇਦਨੀ ਪ੍ਰਕਾਸ਼ ਹੋਇਆ, ਉਸ ਨਾਹਨ ਦੇਸ਼ ਦੇ ਰਾਜੇ ਦੇ ਵੰਸ਼ਜ ਅੱਜ ਵੀ ਰਾਜਸਥਾਨ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਕੋਲ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਬਖਸ਼ੀਆਂ ਨਿਸ਼ਾਨੀਆਂ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਇੱਕ ਸ਼ੀਰੀ ਸਾਹਿਬ ਉਹਨਾਂ ਦੇ ਕੋਲ ਮੌਜੂਦ ਹੈ। ਸੋ ਜਿਹੜਾ ਵੀ ਗੁਰੂ ਘਰ ਦਾ ਸ਼ਰਧਾਲੂ ਬਣ ਜਾਂਦਾ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਸ਼ਰਧਾ ਰੱਖਦਾ, ਖਾਲਸਾ ਜੀ ਇਹ ਘਰ ਦੀ ਵਡਿਆਈ ਹੈ ਵੀ ਜਿਹੜਾ ਗੁਰੂ ਘਰ ਦਾ ਸੇਵਕ ਹੁੰਦਾ ਹੈ, ਸਤਿਗੁਰੂ ਉਹਦੀ ਸਹਾਇਤਾ ਫਿਰ ਆਪ ਕਰਦੇ ਨੇ, ਸਤਿਗੁਰੂ ਉਹਦੀ ਰੱਖਿਆ ਆਪ ਕਰਦੇ ਨੇ। ਤਾਈਓ ਆਪਾਂ ਰੋਜ਼ਾਨਾ ਪੜ੍ਹਦੇ, ਤੇਗ ਬਹਾਦਰ ਸਿਮਰਿਆ ਘਰ ਨੌਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਕੇਵਲ ਘਰ ਵਿੱਚ ਹੀ ਨਹੀਂ, ਕੇਵਲ ਇੱਕ ਸ਼ਹਿਰ ਵਿੱਚ ਹੀ ਨਹੀਂ, ਕੇਵਲ ਇੱਕ ਦੇਸ਼ ਵਿੱਚ ਹੀ ਨਹੀਂ, ਕਹਿੰਦੇ ਜਿੱਥੇ ਮਰਜ਼ੀ ਚਲਿਆ ਜਾ, ਗੁਰੂ ਨਾਨਕ ਤੇ ਏਡੀ ਰਹਿਮਤ ਦਾ ਮਾਲਕ ਹੈ। ਦੁਨੀਆ ਵਿੱਚ ਜਿੱਥੇ ਮਰਜ਼ੀ ਜਾ ਕੇ ਗੁਰੂ ਨਾਨਕ ਨੂੰ ਆਵਾਜ਼ ਲਾ ਲਵੀਂ, ਸਤਿਗੁਰੂ ਤੇਰੀ ਸਹਾਇਤਾ ਜ਼ਰੂਰ ਕਰਨਗੇ, ਸਭ ਥਾਈ ਹੋਏ ਸਹਾਏ। ਸੋ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ। ਤੇ ਰਾਜੇ ਨੇ ਦੱਸਿਆ ਕਿ ਅਸੀਂ ਸ਼ੁਰੂ ਤੋਂ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਜੁੜੇ ਹਾਂ ਤੇ ਸੱਚੇ ਪਾਤਸ਼ਾਹ ਜੀ ਦੇ ਘਰ ਨੂੰ ਭੇਟਾ ਚੜਾਵੇ ਦੇਨੇ ਹਾਂ। ਟਕੇ ਪਾਤਸ਼ਾਹੀ ਮੈਥੋਂ ਲਿਓ। ਸੋ ਕਹਿਣ ਲੱਗਾ ਕਿ ਜੋ ਸਰਕਾਰਾਂ ਦਾ, ਸ਼ਾਹੀ ਖਜ਼ਾਨਿਆਂ ਦਾ ਰਿਣ ਹੈ, ਉਹ ਸਾਰਾ ਮਾਮਲਾ ਗੁਰੂ ਨਾਨਕ ਦੇ ਘਰ ਦਾ ਹੈ। ਮੋਕੋ ਆਪਣੋ ਸਿੱਖ ਬਨਿਓ। ਤੇ ਬੰਦਾ ਸਿੰਘ ਬਹਾਦਰ ਨੂੰ ਕਿਹਾ ਕਿ ਮੈਨੂੰ ਵੀ ਤੂੰ ਆਪਣਾ ਪੈਰੋਕਾਰ ਬਣਾ, ਆਪਣਾ ਸਿੱਖ ਬਣਾ ਲੈ। ਦੋਹਰਾ ਆਪ ਚੜਾਵੋ ਲੈ ਅੱਗੇ, ਬੰਦੇ ਮਿਲਿਓ ਆਏ। ਸੋ ਖਾਲਸਾ ਜੀ ਜਦੋਂ ਚੜਾਵਾ ਲੈ ਕਰਕੇ ਰਾਜਾ ਆਇਆ, ਬੰਦਾ ਸਿੰਘ ਬਹਾਦਰ ਵੀ ਅੱਗੇ ਹੋ ਕਰਕੇ ਰਾਜੇ ਨੂੰ ਮਿਲਦਾ ਹੈ। ਤਬ ਬੰਦੇ ਖੁਸ਼ੀਆਂ ਦਈ, ਸੋ ਲਿਓ ਗਲ ਲਾਏ। ਤੇ ਜਦੋਂ ਰਾਜੇ ਨਾਲ ਮਿਲਾਪ ਹੋਇਆ, ਰਾਜੇ ਨਾਲ ਵਿਚਾਰ ਹੋਈ, ਬੰਦਾ ਸਿੰਘ ਬਹਾਦਰ ਨੇ ਬਹੁਤ ਖੁਸ਼ੀ ਮਨਾਈ। ਤੇ ਜਿਹੜਾ ਰਾਜਾ ਸੀਗਾ ਸੁੱਧ ਸੈਨ ਰਾਜਾ ਸਕੇਤ ਮੰਡੀ ਦਾ, ਇਸ ਦੇ ਨਾਲ ਗਲ ਲੱਗ ਕਰਕੇ ਵੀ ਬੰਦਾ ਸਿੰਘ ਬਹਾਦਰ ਨੇ ਮੁਲਾਕਾਤ ਕੀਤੀ, ਬਹੁਤ ਪ੍ਰੇਮ ਵਧਾਇਆ। ਚੌਪਈ ਬੰਦੇ ਕਿਹੋ ਸੁਣ ਸੁੱਧ ਸੈਨ ਰਾਜਾ। ਤੇ ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸੁੱਧ ਸੈਨ ਰਾਜੇ ਸਕੇਤ ਮੰਡੀ ਦੇ ਰਾਜੇ ਨੂੰ ਬਚਨ ਕੀਤਾ ਕਿ ਮੇਰੀ ਗੱਲ ਸੁਣ ਲੈ, ਤੁਮ ਦੇਸੋਂ ਨੈ ਹੋਗੂ ਬੇਰਾਜਾ। ਕਿ ਤੇਰਾ ਇਹ ਰਾਜ ਸਦਾ ਅਟਲ ਰਹੇਗਾ, ਤੇਰਾ ਰਾਜ ਕਦੇ ਖਤਮ ਨਹੀਂ ਹੋਵੇਗਾ, ਤੇਰਾ ਰਾਜ ਸਦਾ ਤੱਕ ਤੂੰ ਇਸੇ ਤਰ੍ਹਾਂ ਮਾਣਦਾ ਰਹੇਗਾ। ਰਹੀ ਨਹੀਂ ਤੋਏ ਦੋਖੀ ਸੁਖਾਲੋ। ਤੇਰਾ ਜਿਹੜਾ ਦੋਖੀ ਹੋਵੇਗਾ, ਜਿਹੜਾ ਤੇਰੇ ਰਾਜ ਨੂੰ ਖਤਮ ਕਰਨਾ ਚਾਹੇਗਾ, ਕਹਿੰਦੇ ਸੁਖਾਲਾ ਨਹੀਂ ਰਹੇਗਾ, ਸੁੱਖਾਂ ਵਿੱਚ ਨਹੀਂ ਰਹੇਗਾ। ਜਿਹੜਾ ਤੇਰੇ ਰਾਜ ਵਾਸਤੇ ਮਾੜੀ ਨੀਅਤ ਰੱਖੇਗਾ, ਆਪਣੇ ਆਪ ਹੀ ਖਤਮ ਹੋ ਜਾਵੇਗਾ। ਨੈ ਪਰ ਹੈ ਤੋਹਿ ਦੇਸ ਸੁਖਾ ਕੋ ਕਾਲੋ। ਕਦੇ ਵੀ ਤੇਰੇ ਦੇਸ਼ ਦੇ ਵਿੱਚ ਕਾਲ ਨਹੀਂ ਪਵੇਗਾ, ਕਿਸੇ ਗੱਲ ਦੀ ਕਮੀ ਨਹੀਂ ਆਵੇਗੀ। ਜੋ ਕੁਛ ਹੋਵਗ ਤੁਮ ਕੋ ਲੋਰ। ਸੋ ਜੇ ਤੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਪਵੇਗੀ ਜਾਂ ਕਿਸੇ ਚੀਜ਼ ਦੀ ਲੋੜ ਹੋਈ, ਰਖ ਪੁਸਤਕ ਸਭ ਕੰਮ ਹੋਏ ਤੋਰ। ਤਾਂ ਗੁਰੂ ਨਾਨਕ ਦੇ ਘਰ ਦੀ ਕਿਰਪਾ ਦੇ ਨਾਲ ਸਾਰੇ ਕੰਮ ਰਾਸ ਆਉਣਗੇ। ਸੋ ਖਾਲਸਾ ਜੀ ਇਹ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ ਕਿ ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਤੇ ਸ਼ਰਧਾ ਰੱਖਦਾ ਨਾ, ਜੀਵਨ ਦੇ ਵਿੱਚ ਹਰ ਇੱਕ ਦੇ ਜੀਵਨ ਦੇ ਵਿੱਚ ਜਿੱਥੇ ਮਿੱਤਰ ਹੁੰਦੇ ਨੇ, ਦੋਸਤ ਹੁੰਦੇ ਨੇ, ਉੱਥੇ ਹਰ ਇੱਕ ਦੇ ਜੀਵਨ ਦੇ ਵਿੱਚ ਦੁਸ਼ਮਣ ਵੀ ਜ਼ਰੂਰ ਆਉਂਦੇ ਨੇ। ਸੋ ਪਰ ਜਿਹੜਾ ਆਪਣੇ ਦੁਸ਼ਮਣਾਂ ਵੱਲ ਵੇਖਣ ਦੀ ਬਜਾਏ, ਦੁਸ਼ਮਣਾਂ ਵੱਲ, ਵੈਰੀਆਂ ਵੱਲ, ਈਰਖਾਲੂਆਂ ਵੱਲ ਵੇਖਣ ਦੀ ਬਜਾਏ, ਉਹਨਾਂ ਵੱਲ ਧਿਆਨ ਦੇਣ ਦੀ ਬਜਾਏ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰਦਾ ਨਾ,
ਜਿਹੜਾ ਸਤਿਗੁਰੂ ਨੂੰ ਕਹਿੰਦਾ ਹੈ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਿ ਛੰਦਾ, ਤੁਧ ਸਭ ਕਿਛ ਮੈਨੋ ਸੌਂਪਿਆ ਜਾ ਤੇਰਾ ਬੰਦਾ। ਕਿ ਪ੍ਰਮਾਤਮਾ ਜੇ ਤੂੰ ਮੇਰੇ ਵੱਲ ਖੜ ਜਾਵੇਂ, ਦੁਨੀਆ ਸਾਰੀ ਦੁਸ਼ਮਣ ਬਣ ਜਾਵੇ ਪਰ ਤਾਂ ਵੀ ਪਰਵਾਹ ਨਹੀਂ, ਕਿਉਂਕਿ ਗੁਰੂ ਨਾਨਕ ਨਾਲ ਖੜ ਗਏ ਨੇ। ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ। ਸੋ ਜੇ ਸਤਿਗੁਰੂ ਦੀ ਕਿਰਪਾ ਹੋਵੇ, ਕਹਿੰਦੇ ਵੈਰੀ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ, ਦੋਸਤ ਬਣ ਜਾਂਦੇ ਨੇ। ਸੋ ਖਾਲਸਾ ਜੀ, ਜਿੱਥੇ ਮਹਾਰਾਜ ਦੀ ਬਾਣੀ ਵਿੱਚ ਤਾਕਤ ਹੈ ਕਿ ਭਾਵੇਂ ਦੁਨੀਆ ਤੁਹਾਡੀ ਵੈਰੀ ਬਣ ਜਾਵੇ, ਪਰ ਜੇ ਬਾਣੀ ਦਾ ਪ੍ਰਤਾਪ ਹੋਵੇ, ਲੱਖਾਂ ਵੈਰੀ ਵੀ ਹੋਣ, ਪਰ ਪ੍ਰਮਾਤਮਾ ਦਾ ਨਾਮ ਤੁਹਾਨੂੰ ਤੱਤੀ ਵਾਹ ਵੀ ਨਹੀਂ ਲੱਗਣ ਦਿੰਦਾ। ਤੇ ਦੂਸਰਾ, ਜਿਸ ਘਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ, ਮੂਲ ਮੰਤਰ ਹੁੰਦਾ ਹੈ, ਜਾਪ ਸਾਹਿਬ ਹੁੰਦਾ ਹੈ, ਜਪਜੀ ਸਾਹਿਬ ਹੁੰਦਾ ਹੈ, ਉਸ ਘਰ ਦੇ ਵਿੱਚ ਕਿਸੇ ਗੱਲ ਦੀ ਵੀ ਕਮੀ ਨਹੀਂ ਰਹਿੰਦੀ, ਤੋਟ ਨਹੀਂ ਆਉਂਦੀ, ਕਾਲ ਨਹੀਂ ਪੈਂਦਾ। ਉਸ ਘਰ ਦੇ ਵਿੱਚ ਤੋਟ ਨਾ ਆਵੇ, ਵੱਧ ਦੋ ਜਾਈ। ਆਪਾਂ ਅਕਸਰ ਕਹਿੰਦੇ ਆ ਕਿ ਕਿਸ ਤਰ੍ਹਾਂ ਸਾਡੇ ਸਾਰੇ ਕਾਰਜ ਰਾਸ ਆਉਣਗੇ, ਸਾਡੇ ਕੰਮ ਸਵਾਰੇ ਜਾਣਗੇ। ਖਾਲਸਾ ਜੀ, ਜਿੱਦਣ ਟਕਾ ਦੇ ਨਾਲ ਚੌਂਕੜਾ ਲਾ ਕਰਕੇ ਨਿਤਨੇਮ ਕਰਨਾ ਸ਼ੁਰੂ ਕਰ ਦੇਵਾਂਗੇ, ਆਪਣੇ ਆਪ ਘਰ ਦੀਆਂ ਕਮੀਆਂ ਦੂਰ ਹੋ ਜਾਣਗੀਆਂ। ਪਰ ਅੱਜ ਦੀ ਇਹ ਹੈਰਾਨੀ ਵਾਲੀ ਗੱਲ ਹੈ ਕਿ ਬੰਦਾ ਜਦੋਂ ਬਾਣੀ ਪੜ੍ਹਦਾ, ਨਿਤਨੇਮ ਕਰਦਾ ਤੇ ਬਹੁਤ ਭੱਜ ਦੌੜ ਵਿੱਚ ਕਰਦਾ। ਜੇ ਜਪਜੀ ਸਾਹਿਬ ਕਰਦਾ, ਕਾਹਲੀ ਨਾਲ ਕਰਦਾ, ਭੱਜ ਦੌੜ ਕੇ ਕਰਦਾ, ਦੌੜ ਕੇ ਕਰਦਾ, ਚੱਲਦਾ ਫਿਰਦਾ ਵੀ ਕਰਦਾ। ਵੈਸੇ ਬਾਣੀ ਚੱਲਦੇ ਫਿਰਦੇ ਵੀ ਪੜ੍ਹਦੇ ਰਹੋ, ਪਰ ਦਿਨ ਦੇ ਵਿੱਚ ਘੱਟੋ ਘੱਟ ਇੱਕ ਸਮਾਂ ਜ਼ਰੂਰ ਰੱਖੋ ਵੀ ਜਦੋਂ ਚੌਂਕੜਾ ਲਾ ਕੇ ਟਕਾ ਦੇ ਨਾਲ ਵੀ ਬਾਣੀ ਪੜ੍ਹਨੀ ਹੋਵੇ। ਮਨ ਦੀ ਸ਼ਾਂਤੀ ਤਾਂ ਮਿਲਦੀ ਹੈ, ਮਨ ਦੀ ਬੇਚੈਨੀ ਤਾਂ ਦੂਰ ਹੁੰਦੀ ਹੈ ਜਿੱਦਣ ਘਰ ਦੇ ਕਿਸੇ ਕਮਰੇ 'ਚ ਟਕਾ ਨਾਲ ਬਾਣੀ ਪੜ੍ਹਦੇ। ਸੋ ਅੱਜ ਅਸੀਂ ਨਿਤਨੇਮ ਬਾਣੀ ਪੜ੍ਹਨ ਵੇਲੇ ਭੱਜ ਦੌੜ ਕਰਦੇ ਹਾਂ, ਬਹੁਤ ਕਾਹਲੀ ਕਰਦੇ ਹਾਂ ਤੇ ਚਾਹੁੰਦੇ ਹਾਂ ਕਿ ਜਿਹੜੀ ਪ੍ਰਾਪਤੀ ਹੈ, ਜਿਹੜੇ ਸਾਡੇ ਕੰਮ ਨੇ, ਉਹ ਬੈਠੇ ਬਿਠਾਈ ਸਾਰੇ ਰਾਸ ਹੋ ਜਾਣ। ਪਰ ਮੈਂ ਬੇਨਤੀ ਕਰਾਂ, ਜਦੋਂ ਤੱਕ ਨਿਤਨੇਮ ਦੌੜ ਦੌੜ ਕੇ ਕਰਾਂਗੇ, ਉਦੋਂ ਤੱਕ ਘਰ ਦੇ ਕੰਮ ਵੀ ਦੌੜ ਦੌੜ ਕੇ ਹੀ ਰਾਸ ਹੋਣਗੇ, ਬੈਠੇ ਬਿਠਾਏ ਰਾਸ ਨਹੀਂ ਹੋਣੇ। ਪਰ ਜਿੱਦਣ ਰੋਜ਼ਾਨਾ ਘਰ ਦੇ ਵਿੱਚ ਚੌਂਕੜਾ ਲਾ ਕੇ ਟਕਾ ਨਾਲ ਬੈਠ ਕੇ ਜਪਜੀ ਸਾਹਿਬ ਕਰਾਂਗੇ ਨਾ, ਤੇ ਜਪਜੀ ਸਾਹਿਬ ਵਿੱਚ ਤਾਕਤ ਹੈ, ਇਹ ਬੈਠੇ ਬਿਠਾਏ ਵੀ ਕੰਮ ਰਾਸ ਕਰ ਦਿੰਦੀ। ਇਹ ਆਪ ਸਾਰੇ ਅਨੁਭਵ ਕਰ ਸਕਦੇ ਹੋ ਜਾਂ ਕਰ ਸਕੋਗੇ ਕਿ ਜਦੋਂ ਸੇਵਾ ਸ਼ੁਰੂ ਕਰ ਲਓਗੇ, ਗੁਰੂ ਘਰ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦੋਗੇ, ਤੇ ਜਿਹੜਾ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਦੇ ਮੁਖੋਂ ਤੁਸੀਂ ਆਪ ਸੁਣ ਸਕਦੇ ਹੋ। ਸੇਵਾ ਕਰਨ ਵਾਲੇ ਸੱਜਣ ਇਹ ਗੱਲ ਜ਼ਰੂਰ ਕਰਦੇ ਆ ਕਿ ਪਤਾ ਹੀ ਨਹੀਂ ਲੱਗਦਾ ਕਿ ਗੁਰੂ ਨੇ ਕਿਸ ਤਰ੍ਹਾਂ ਸਾਰੇ ਕੰਮ ਕਰ ਦਿੱਤੇ। ਸੋ ਜਦੋਂ ਗੁਰੂ ਦੇ ਹੋ ਜਾਂਦੇ ਆ, ਜਦੋਂ ਅਸੀਂ ਗੁਰੂ ਦੇ ਹੋ ਜਾਂਦੇ ਆ, ਸਾਡੇ ਕੰਮ ਵੀ ਗੁਰੂ ਦੇ ਹੋ ਜਾਂਦੇ ਨੇ, ਫਿਰ ਸਾਡੇ ਕੰਮ ਵੀ ਗੁਰੂ ਆਪ ਸਵਾਰ ਦਿੰਦਾ ਹੈ। ਸੋ ਇਸ ਕਰਕੇ ਇਤਿਹਾਸ ਸੁਣਨ ਵੇਲੇ ਸੇਧ ਲੈਣੀ ਚਾਹੀਦੀ ਹੈ ਵੀ ਗੁਰੂ ਘਰ ਤੇ ਭਰੋਸਾ ਰੱਖੀਏ, ਗੁਰੂ ਘਰ ਦੇ ਪੱਕੇ ਸ਼ਰਧਾਲੂ ਬਣੀਏ। ਸੋ ਖਾਲਸਾ ਜੀ, ਬੰਦਾ ਸਿੰਘ ਬਹਾਦਰ ਨੂੰ ਕਿਹਾ ਵੀ ਕਦੇ ਵੀ ਤੇਰਾ ਰਾਜ ਖਤਮ ਨਹੀਂ ਹੋਵੇਗਾ। ਇਸ ਤਰ੍ਹਾਂ ਸੁਕੇਤ ਮੰਡੀ ਦੇ ਰਾਜੇ ਨੂੰ ਬਚਨ ਕਰ ਦਿੱਤੇ ਕਿ ਨਾ ਤੇਰੇ ਦੇਸ਼ ਦੇ ਵਿੱਚ ਕਦੇ ਕਾਲ ਪਵੇਗਾ, ਨਾ ਤੇਰੇ ਦੇਸ਼ ਦੇ ਦੋਖੀ ਸੁਖੀ ਰਹਿਣਗੇ, ਆਪਣੇ ਆਪ ਹੀ ਖਤਮ ਹੋ ਜਾਣਗੇ। ਹੈ ਵਿਦਿਆ ਸਭ ਇਸਕੇ ਮਾਹੇ। ਤੇ ਖਾਲਸਾ ਜੀ, ਬੰਦਾ ਸਿੰਘ ਬਹਾਦਰ ਨੇ ਆਪਣੀ ਇੱਕ ਪੁਸਤਕ ਵੀ ਦੇ ਦਿੱਤੀ ਸਿੱਧੀਆਂ ਵਾਲੀ, ਕਿ ਇਸ ਦੇ ਵਿੱਚ ਸਿੱਧੀਆਂ ਨੇ ਮੰਤਰ ਨੇ, ਇਹ ਪੜ੍ਹ ਲਵੀਂ। ਜੋ ਚਾਹੋ ਸੋ ਲੇਹੋ ਕਮਾਏ। ਤੇ ਜੋ ਵੀ ਤੈਨੂੰ ਚਾਹੀਦਾ ਹੋਇਆ ਤੂੰ ਆਪਣੇ ਆਪ ਕਮਾ ਲਵੀਂ। ਦੋਹਰਾ ਉਸ ਪੁਸਤਕ ਕੋ ਇੱਕ ਪੱਤਰੋ ਉਸ ਮਾਈ ਹੱਥ ਆਏ। ਸੋ ਕਹਿੰਦੇ ਉਹ ਜਿਹੜੀ ਕਿਤਾਬ ਸੀ ਨਾ ਬੰਦਾ ਸਿੰਘ ਬਹਾਦਰ ਕੋਲ ਰਿੱਧੀਆਂ ਸਿੱਧੀਆਂ ਦੀ, ਕਹਿੰਦੇ ਉਹ ਕਿਤਾਬ ਦਾ ਇੱਕ ਪੱਤਰਾ, ਇੱਕ ਪੰਨਾ ਬੰਦਾ ਸਿੰਘ ਬਹਾਦਰ ਦੀ ਘਰਵਾਲੀ ਕੋਲ ਆ ਗਿਆ ਸੀ, ਉਹਦੀ ਘਰਵਾਲੀ ਨੂੰ ਪ੍ਰਾਪਤ ਹੋ ਗਿਆ ਸੀ। ਜਿਸ ਬਾਬੇ ਸਾਹਿਬ ਸਿੰਘ ਕੋ ਦੀਨੋਂ ਪਰਚੋ ਲਗਾਏ। ਜਿਸ ਨੇ ਖਾਲਸਾ ਜੀ ਗੁਰੂ ਨਾਨਕ ਸਾਹਿਬ ਦੇ ਵੰਸ਼ਜਾਂ ਦੇ ਵਿੱਚੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਹੋਏ ਨੇ। ਬਾਬਾ ਸਾਹਿਬ ਸਿੰਘ ਜੀ ਬੇਦੀ ਜੀ ਨੂੰ ਇਸ ਮਾਈ ਨੇ ਕਰਾਮਾਤ ਵੀ ਵਿਖਾਈ ਸੀ, ਆਪਣੀ ਕਲਾ ਵੀ ਵਿਖਾਈ ਸੀ। ਚੌਪਈ ਉਸ ਮਾਈ ਕੋਈ ਮਹੱਥ ਆਈ। ਸੋ ਕਿਸ ਤਰ੍ਹਾਂ ਉਸ ਮਾਈ ਦੇ ਹੱਥ ਉਹ ਪੱਤਰਾ ਲੱਗਾ ਉਸ ਪੁਸਤਕ ਦਾ, ਉਹ ਹੁਣ ਆਪਾਂ ਸੁਣਨਾ ਕਰੀਏ। ਬੰਦੇ ਨਾਰੀ ਉਨ ਟਹਿਲ ਕਮਾਈ। ਕਿ ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਦੇ ਨਾਲ ਜਦੋਂ ਵਿਆਹ ਹੋਇਆ ਤੇ ਖਾਲਸਾ ਜੀ ਬੰਦਾ ਸਿੰਘ ਬਹਾਦਰ ਦੀ ਟਹਿਲ ਕੀਤੀ,
ਹੁਣ ਜਦੋਂ ਘਰ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਤੇ ਆਪਣੇ ਆਪ ਹੀ ਉਹ ਕਿਤਾਬ ਹੱਥ ਲੱਗ ਗਈ। ਉਤੀ ਬੰਦੇ ਨਾਰੀ ਕਿਤੇ ਜੇ ਜੋ ਵੱਲ, ਕਹਿੰਦੇ ਜੇਜੋ ਇਲਾਕਾ ਉਸ ਵੱਲ ਦੀ ਬੰਦਾ ਸਿੰਘ ਬਹਾਦਰ ਦੀ ਇਸਤਰੀ ਰਿਹਾ ਕਰਦੀ ਸੀ। ਤੇ ਕਰੀ ਸੇਵਾ ਥੀ ਰੋੜੀ ਚੱਲ, ਉਸਨੇ ਬੰਦਾ ਸਿੰਘ ਬਹਾਦਰ ਦੀ ਬਹੁਤ ਸੇਵਾ ਕੀਤੀ ਸੀ। ਦੋਹਰਾ ਬੰਦੇ ਨਾਰੀ ਕੋ ਪਰਚੋ, ਇਕ ਮੈਂ ਦਿਓ ਲਿਖਾਏ। ਸੋ ਕਹਿੰਦੇ ਬੰਦਾ ਬਹਾਦਰ ਦੀ ਇਸਤਰੀ ਨੂੰ ਇੱਕ ਪੱਤਰੇ ਦੇ ਵਿੱਚੋਂ ਜਿਹੜੀਆਂ ਕਰਾਮਾਤਾਂ ਪ੍ਰਾਪਤ ਹੋਈਆਂ, ਉਹਦੇ ਵਿੱਚੋਂ ਭਾਈ ਰਤਨ ਸਿੰਘ ਭੰਗੂ ਕੇਵਲ ਇੱਕ ਕਰਾਮਾਤ ਬਾਰੇ ਹੁਣ ਦੱਸਣ ਲੱਗੇ ਨੇ। ਔਰ ਅਨੇਕ ਪਰਚੇ ਲਿਖੇ, ਗ੍ਰੰਥ ਬੜੋ ਬੜ ਜਾਏ। ਕਿਉਂਕਿ ਕਹਿੰਦੇ ਕਰਾਮਾਤਾਂ ਤੇ ਬਹੁਤ ਸਨ, ਪਰ ਕਹਿੰਦੇ ਜੇ ਸਾਰੀਆਂ ਦਾ ਵਿਸਥਾਰ ਲਿਖਣ ਲੱਗ ਜਾਈਏ ਤੇ ਗ੍ਰੰਥ ਵੱਧ ਜਾਵੇਗਾ। ਪਰ ਕੇਵਲ ਤੇ ਕੇਵਲ ਝਲਕ ਮਾਤਰ ਵਾਸਤੇ ਬੰਦਾ ਸਿੰਘ ਬਹਾਦਰ ਦੀ ਇਸਤਰੀ ਨੂੰ ਮਿਲੀ ਪੁਸਤਕ ਦੇ ਪੱਤਰੇ ਦੇ ਵਿੱਚੋਂ ਪ੍ਰਾਪਤ ਹੋਈਆਂ ਕਰਾਮਾਤਾਂ ਦੇ ਵਿੱਚੋਂ ਇੱਕ ਕਰਾਮਾਤ ਬਾਰੇ ਦੱਸਦੇ ਨੇ। ਚੌਪਈ ਜੋ ਜੇ ਜੋ ਵੱਲ ਜਸਵਾਲ ਹੁਤ ਰਾਜਾ, ਕਹਿੰਦੇ ਨੇ ਜੇਜੋ ਦਾ ਰਾਜਾ ਹੋਇਆ ਜਸਵਾਲ ਉਹਦਾ ਨਾਮ ਸੀ। ਬਿਨਾ ਪੁੱਤਰ ਸੋ ਜਾਤ ਅਕਾਜਾ, ਕਹਿੰਦੇ ਉਹਦੇ ਘਰ ਦੇ ਵਿੱਚ ਪੁੱਤਰ ਕੋਈ ਨਹੀਂ ਸੀ ਰਾਜੇ ਦੇ ਘਰ ਵਿੱਚ, ਤੇ ਉਹਨੂੰ ਇਸ ਤਰ੍ਹਾਂ ਲੱਗਾ ਵੀ ਹੁਣ ਘਰ ਦੇ ਵਿੱਚ ਜਦੋਂ ਪੁੱਤਰ ਨਾ ਹੋਵੇ ਨਾ, ਤੇ ਰਾਜਿਆਂ ਦੇ ਘਰ ਵਿੱਚ ਜਦੋਂ ਪੁੱਤਰ ਨਹੀਂ ਸੀ ਹੁੰਦਾ, ਉਹਨਾਂ ਨੂੰ ਇਹ ਡਰ ਰਹਿੰਦਾ ਸੀ ਵੀ ਰਾਜ ਗੱਦੀ ਕੌਣ ਸੰਭਾਲੇਗਾ। ਇਸ ਕਰਕੇ ਰਾਜੇ ਮਹਾਰਾਜੇ ਸ਼ੁਰੂ ਤੋਂ ਰਿਸ਼ੀਆਂ ਮੁਨੀਆਂ ਕੋਲ ਜਾ ਕਰਕੇ ਸਦਾ ਕਹਿੰਦੇ ਵੀ ਸਾਨੂੰ ਪੁੱਤਰ ਦੇ ਜਿਹੜਾ ਸਾਡੀ ਗੱਦੀ ਤੇ ਆ ਕਰਕੇ ਬਵੇ। ਸੋ ਕਹਿੰਦੇ ਜਸਵਾਲ ਰਾਜੇ ਦੇ ਘਰ ਦੇ ਵਿੱਚ ਪੁੱਤਰ ਨਹੀਂ ਸੀ, ਤੇ ਉਹਨੂੰ ਇਸ ਤਰ੍ਹਾਂ ਲੱਗਾ ਕਿ ਮੇਰੇ ਤੋਂ ਬਾਅਦ ਇਸ ਰਾਜ ਗੱਦੀ ਦਾ ਦਾਅਵੇਦਾਰ ਕੌਣ ਹੋਵੇਗਾ। ਰਾਜਾ ਪੰਡੋਰੀ ਮਹੰਤੇ ਟਿਕ ਗਿਓ, ਤੇ ਕਹਿੰਦੇ ਪੰਡੋਰੀ ਦੇ ਵਿੱਚ ਇੱਕ ਮਹੰਤ ਸੀ। ਕਹਿੰਦੇ ਰਾਜਾ ਉਸ ਮਹੰਤ ਦੇ ਕੋਲ ਗਿਆ ਕਿ ਮਹੰਤ ਕੋਲ ਜਾ ਕਰਕੇ ਦੁਆ ਬੇਨਤੀ ਕਰਾਉਣਾ ਹਾਂ। ਉਸ ਕੋ ਕਾਜ ਨਾ ਉਸਤੇ ਭਿਓ, ਪਰ ਕਹਿੰਦੇ ਮਹੰਤ ਨੇ ਹੱਥ ਖੜੇ ਕਰ ਦਿੱਤੇ ਕਿ ਮੈਂ ਤੇਰੀ ਅਰਦਾਸ ਬੇਨਤੀ ਨਹੀਂ ਕਰ ਸਕਦਾ। ਉਤ ਵਡ ਭਾਗ ਸਿੰਘ ਘਰ ਗੁਣਿਆਣੀ, ਤੇ ਕਹਿੰਦੇ ਖਾਲਸਾ ਜੀ ਉਸ ਤੋਂ ਬਾਅਦ ਫਿਰ ਉਹ ਰਾਜਾ ਵਡਭਾਗ ਸਿੰਘ ਦੇ ਡੇਰੇ ਵੀ ਗਿਆ, ਜਿਹੜਾ ਅੱਜ ਵੀ ਆਪਾਂ ਵੇਖਦੇ ਆ ਕਿ ਆਨੰਦਪੁਰ ਸਾਹਿਬ ਤੋਂ ਅਗਾਂਹ ਜਾ ਕਰਕੇ ਵਡਭਾਗ ਸਿੰਘ ਦਾ ਡੇਰਾ ਆਉਂਦਾ ਹੈ, ਤੇ ਅੱਜ ਵੀ ਥਾਵਾਂ ਤੇ ਉਸ ਦੇ ਡੇਰੇ ਨੇ, ਤੇ ਲੋਕਾਂ ਦੇ ਵਿੱਚ ਵਹਿਮ ਭਰਮ ਪਖੰਡ ਵੀ ਬਹੁਤ ਚੱਲਦਾ ਵਡਭਾਗ ਸਿੰਘ ਦੇ ਨਾਂ ਤੇ। ਕੋਈ ਗੱਦੀਆਂ ਲਾ ਕਰਕੇ ਚੌਂਕੀਆਂ ਦੇਈ ਜਾਂਦਾ ਕਿ ਵਡਭਾਗ ਸਿੰਘ ਆ ਗਿਆ। ਪਰ ਖਾਲਸਾ ਜੀ ਬੇਨਤੀ ਕਰਾਂ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਇਦਾਂ ਦੀ ਕਿਸੇ ਵੀ ਮਨਮਤ ਨੂੰ, ਕਿਸੇ ਗੱਲ ਦੀ ਮਨਮਤ ਨੂੰ ਬਿਲਕੁਲ ਵੀ ਪ੍ਰਵਾਨਗੀ ਨਹੀਂ। ਗੁਰੂ ਕਾ ਸਿੱਖ ਕੇਵਲ ਤੇ ਕੇਵਲ ਗੁਰੂ ਘਰ ਦਾ, ਪ੍ਰਮਾਤਮਾ ਦਾ, ਅਕਾਲ ਪੁਰਖ ਵਾਹਿਗੁਰੂ ਤੋਂ ਹੀ ਮੰਗਦਾ ਹੈ। ਪਰ ਲੋਕਾਂ ਦੇ ਵਿੱਚ ਉਲਝਣਾਂ ਪਾਈਆਂ ਜਾਂਦੀਆਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਚਲਿਤ ਕੀਤੀਆਂ ਗਈਆਂ ਕਿ ਆਨੰਦਪੁਰ ਸਾਹਿਬ ਦੀ ਯਾਤਰਾ ਹੀ ਤਾਂ ਸਫਲ ਹੁੰਦੀ ਹੈ ਜੇ ਵਡਭਾਗ ਸਿੰਘ ਕੋਲ ਜਾ ਕੇ। ਪਰ ਨਾ ਤਾਂ ਲੋਕਾਂ ਨੇ ਵਡਭਾਗ ਸਿੰਘ ਦਾ ਇਤਿਹਾਸ ਪੜ੍ਹਿਆ, ਨਾ ਇਹ ਪਤਾ ਕਿ ਕੌਣ ਹੈ, ਕਿੱਥੋਂ ਆਇਆ, ਤੇ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਨਾਲ ਵਡਭਾਗ ਸਿੰਘ ਦੀਆਂ ਕੀ ਬਾਤਾਂ ਹੋਈਆਂ, ਤੇ ਕਿਸ ਤਰ੍ਹਾਂ ਪੰਥ ਦੇ ਕੀਤੇ ਬਚਨਾਂ ਤੋਂ ਵਡਭਾਗ ਸਿੰਘ ਮੁੱਕਰ ਗਿਆ, ਭੱਜ ਗਿਆ, ਉਹਨਾਂ ਗੱਲਾਂ ਬਾਰੇ ਬਿਲਕੁਲ ਵੀ ਨਹੀਂ ਪਤਾ। ਜਿਸ ਕਰਕੇ ਪੰਥ ਨੇ ਫੈਸਲਾ ਲਿਆ ਸੀ ਕਿ ਅੱਜ ਤੋਂ ਬਾਅਦ ਇਸ ਦੇ ਨਾਲ ਵਡਭਾਗ ਸਿੰਘ ਨਾਲ ਕੋਈ ਮੇਲ ਮਿਲਾਪ ਨਹੀਂ ਰੱਖਿਆ ਜਾਵੇਗਾ। ਪਰ ਲੋਕ ਡਰਦੇ, ਸਾਡੇ ਪ੍ਰਚਾਰਕ ਵੀ ਇਸ ਗੱਲੋਂ ਦੱਸਦੇ ਨਹੀਂ ਕਿ ਸੰਗਤ ਨਾ ਟੁੱਟ ਜਾਵੇ, ਪਰ ਸੰਗਤ ਨੂੰ ਕੋ ਸੱਚ ਦੱਸੋ ਜੋ ਗੁਰੂ ਨਾਨਕ ਨੇ ਕਿਹਾ। ਸੋ ਇਸ ਗ੍ਰੰਥ ਦੇ ਵਿੱਚ ਅੱਗੇ ਸਰਵਣ ਵੀ ਕਰਾਂਗੇ ਵਡਭਾਗ ਸਿੰਘ ਬਾਰੇ, ਵੀ ਕਿਸ ਤਰ੍ਹਾਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਨਾਲ, ਬਾਬਾ ਦੀਪ ਸਿੰਘ ਜੀ ਨਾਲ ਮੁਲਾਕਾਤ ਹੋਈ ਤੇ ਪੰਥ ਦੇ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਗਿਆ, ਤੇ ਬਾਅਦ ਵਿੱਚ ਗੱਦੀ ਲਾ ਕਰਕੇ ਆਪਣੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ, ਜੋ ਗੁਰੂ ਗੋਬਿੰਦ ਸਿੰਘ ਨੇ ਬਿਲਕੁਲ ਮਨਾ ਕੀਤਾ ਕਿ ਅੱਜ ਤੋਂ ਬਾਅਦ ਦੇਹ ਡੰਮ ਗੁਰੂ ਨਹੀਂ ਚਲਾਉਣੇ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੁਜਾਰੀ ਬਣਨਾ। ਤੇ ਜਿਹੜਾ ਵੀ ਸੱਚੇ ਦਿਲੋਂ ਗੁਰੂ ਸ਼ਬਦ ਦੇ ਲੜ ਲੱਗੇਗਾ, ਜੋ ਵੀ ਸ਼ਬਦ ਕੋਲੋਂ ਮੰਗੇਗਾ, ਪ੍ਰਮਾਤਮਾ ਕੋਲੋਂ ਮੰਗੇਗਾ, ਗੁਰੂ ਨਾਨਕ ਉਹਦੀ ਝੋਲੀ ਵਿੱਚ ਦਾਤ ਪਾਉਣਗੇ। ਸੋ ਕਹਿੰਦੇ ਰਾਜਾ ਪਹਿਲਾਂ ਮਹੰਤ ਕੋਲ ਗਿਆ, ਉੱਥੋਂ ਗੱਲ ਨਹੀਂ ਬਣੀ, ਫਿਰ ਵਡਭਾਗ ਸਿੰਘ ਕੋਲ ਚਲਿਆ ਗਿਆ, ਪਰ ਕਹਿੰਦੇ ਉੱਥੋਂ ਜਾ ਕਰਕੇ ਵੀ ਉਹਦੀ ਅਰਦਾਸ ਨਹੀਂ ਸੁਣੀ ਗਈ, ਗੱਲ ਨਾ ਬਣੀ। ਸੋ ਇਸ ਤਰ੍ਹਾਂ ਕਹਿੰਦੇ ਹਜੇ ਤੱਕ ਭਟਕਣਾ ਲੱਗੀ ਹੋਈ ਸੀ। ਤਹਾਂ ਕੱਲੀ ਉਸ ਰਾਜੇ ਰਾਣੀ, ਤਾਂ ਕਹਿੰਦੇ ਉਸ ਤੋਂ ਬਾਅਦ
ਰਾਜੇ ਨੇ ਕੀ ਕੀਤਾ, ਆਪਣੀ ਰਾਣੀ ਨੂੰ ਬੰਦਾ ਸਿੰਘ ਬਹਾਦਰ ਦੀ ਇਸਤਰੀ ਕੋਲ ਭੇਜਿਆ। ਔਰ ਅਨੇਕ ਸਿੱਧਨ ਘਰ ਗਈ। ਪਰ ਕਹਿੰਦੇ ਉਹਦੀ ਇਸਤਰੀ ਕੋਲ ਪਹੁੰਚਣ ਤੋਂ ਪਹਿਲਾਂ ਵੀ ਬੜੇ ਸਿੱਧਾਂ ਪੁਰਸ਼ਾਂ ਕੋਲ ਜਾ ਕਰਕੇ, ਪੀਰਾਂ ਫਕੀਰਾਂ ਕੋਲ ਜਾ ਕਰਕੇ ਬੇਨਤੀਆਂ ਕੀਤੀਆਂ, ਪਰ ਕਹਿੰਦੇ ਕਿਤੇ ਵੀ ਬੇਨਤੀ ਨਹੀਂ ਸੀ ਪੂਰੀ ਹੋ ਰਹੀ। ਕਿਉਂਕਿ ਖਾਲਸਾ ਜੀ, ਇਹ ਬੰਦੇ ਦੇ ਮਨ ਦੀ ਭਟਕਣਾ ਹੁੰਦੀ ਹੈ ਕਿ ਜੇ ਇੱਕ ਥਾਂ ਤੇ ਅਰਦਾਸ ਪੂਰੀ ਨਾ ਹੋਈ ਹੋਵੇ, ਬੰਦਾ ਕਹਿੰਦਾ ਵੀ ਬਾਬਾ ਨਵਾਂ ਲੱਭ ਲਈਏ, ਇੱਥੋਂ ਤੇ ਗੱਲ ਬਣਦੀ ਨਹੀਂ। ਜੇ ਇੱਕ ਗੁਰੂ ਘਰ ਦੇ ਵਿੱਚ ਮੰਨ ਲਓ ਆ ਰਹੇ ਆ, ਉੱਥੇ ਆ ਕਰਕੇ ਅਰਦਾਸ ਨਹੀਂ ਪੂਰੀ ਹੋਈ, ਬੰਦਾ ਕਹਿੰਦਾ ਵੀ ਗੁਰਦੁਆਰਾ ਨਵਾਂ ਲੱਭੋ ਜਾਂ ਬਾਬਾ ਨਵਾਂ ਲੱਭੋ। ਪਰ ਜਿਹਦੀ ਗੁਰੂ ਨਾਨਕ ਦੇ ਘਰ ਤੋਂ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੋਂ ਪੂਰੀ ਨਹੀਂ ਪਈ, ਦੁਨੀਆ ਤੇ ਜਿੱਥੇ ਮਰਜ਼ੀ ਭਟਕਲੇ ਪੂਰੀ ਪੈ ਨਹੀਂ ਸਕਦੀ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮਹਿਚੂਕ ਆਂਦੇ ਇੱਕ ਨਾ ਲੱਗ ਗਈ, ਜੋ ਬਾਂਸ ਵਜਾਈਏ ਫੂਕ, ਕਿ ਸੱਚਾ ਸਤਿਗੁਰੂ ਕੀ ਕਰੇ। ਜਦੋਂ ਖਾਲਸਾ ਜੀ ਆਪਾਂ ਦੁੱਧ ਵਿੱਚ ਭਾਂਡਾ ਪਾਉਣਾ ਹੋਵੇ ਨਾ, ਜੇ ਭਾਂਡਾ ਬਰਤਨ ਮੁੱਧਾ ਹੋਵੇ, ਪੁੱਠਾ ਹੋਵੇ, ਤੇ ਦੁੱਧ ਭਾਂਡੇ ਵਿੱਚ ਨਹੀਂ ਪੈ ਸਕਦਾ। ਇਸੇ ਤਰ੍ਹਾਂ ਜਦੋਂ ਤੱਕ ਗੁਰੂ ਘਰ ਦੇ ਵਿੱਚ ਆ ਕਰਕੇ ਮਨ ਰੂਪੀ ਭਾਂਡਾ ਸਿੱਧਾ ਨਹੀਂ ਕਰਦੇ, ਉਦੋਂ ਤੱਕ ਗੁਰੂ ਘਰ ਚੋਂ ਦਾਤ ਨਹੀਂ ਮਿਲਦੀ। ਤੇ ਜਦੋਂ ਮਨ ਰੂਪੀ ਭਾਂਡਾ ਸਿੱਧਾ ਹੋ ਜਾਂਦਾ ਹੈ, ਫਿਰ ਕਹਿੰਦੇ ਦਾਤ ਮੰਗਣੀ ਨਹੀਂ ਪੈਂਦੀ, ਗੁਰੂ ਸਾਹਿਬ ਆਪਣੇ ਆਪ ਹੀ ਦਾਤ ਝੋਲੀ ਵਿੱਚ ਪਾ ਦਿੰਦੇ ਨੇ। ਅਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਵਿੰਦਾ, ਸਭੇ ਕਾਜ ਸਵਾਰਿਆ, ਜਾ ਤੁਧ ਭਾਵੰਦਾ, ਕਿ ਇੱਕ ਜਾਂ ਦੋ ਨਹੀਂ, ਸਤਿਗੁਰੂ ਸਾਰੇ ਹੀ ਕਾਰਜ ਰਾਸ ਕਰ ਦਿੰਦੇ ਨੇ, ਜੇ ਕਿਤੇ ਮਨ ਰੂਪੀ ਭਾਂਡਾ ਸਿੱਧਾ ਹੋ ਜਾਵੇ। ਸੋ ਇਸ ਕਰਕੇ ਸਦਾ ਇੱਕ ਦਰ ਦੇ ਹੋ ਕਰਕੇ ਜਦੋਂ ਬੰਦਾ ਬਹਿ ਜਾਂਦਾ ਹੈ ਨਾ, ਜਦੋਂ ਇੱਕ ਦੇ ਲੜ ਲੱਗ ਜਾਂਦਾ ਹੈ, ਤੇ ਇੱਕ ਦੇ ਲੜ ਲੱਗਿਆਂ ਸਤਿਗੁਰੂ ਭਵਸਾਗਰ ਤਰਾ ਦਿੰਦੇ ਨੇ। ਸੋ ਖਾਲਸਾ ਜੀ, ਇਸ ਤਰ੍ਹਾਂ ਰਾਜੇ ਨੂੰ, ਰਾਜੇ ਦੀ ਰਾਣੀ ਨੂੰ ਭਟਕਣਾ ਲੱਗੀ ਰਹੀ, ਪਰ ਕਿਤੋਂ ਵੀ ਅਰਦਾਸ ਪੂਰੀ ਨਾ ਹੋਈ। ਔਲਾਦ ਨਾ ਉਨਕੋ ਕਿਸਤੈ ਆਈ। ਕਹਿੰਦੇ ਕਿਤੋਂ ਵੀ ਔਲਾਦ ਦਾ ਸੁਖ ਪ੍ਰਾਪਤ ਨਾ ਹੋਇਆ। ਉਨਕੀ ਚਿੰਤ ਨ ਕਿਨਹਿ ਮਿਟਾਈ। ਸੋ ਕਿਸੇ ਨੇ ਵੀ ਉਹਨਾਂ ਦੇ ਮਨ ਦੀ ਚਿੰਤਾ ਦੂਰ ਨਾ ਕੀਤੀ। ਇਹ ਨਿਤ ਚਿੰਤਾ ਉਸ ਜੀਉ ਖਾਈ। ਸੋ ਕਹਿੰਦੇ ਇਸ ਤਰ੍ਹਾਂ ਦਿਨ ਰਾਤ ਆਪਣੇ ਔਲਾਦ ਦੀ, ਆਪਣੇ ਪੁੱਤਰ ਦੀ ਚਿੰਤਾ ਉਹਨਾਂ ਨੂੰ ਖਾ ਰਹੀ ਸੀ। ਵੱਡੋ ਹੰਦੇਸੋ ਜੈ ਜਗ ਮਾਹੇ। ਕਿ ਕਿਸ ਤਰ੍ਹਾਂ ਸੰਸਾਰ ਦੇ ਵਿੱਚ ਰਾਜ ਚੱਲੇਗਾ, ਰਾਜ ਗੱਦੀ ਤੇ ਕੌਣ ਬੈਠੇਗਾ। ਬਿਨ ਔਲਾਦ ਘਰ ਬਿਰਥੇ ਜਾਹੇ। ਔਲਾਦ ਤੋਂ ਬਿਨਾ ਘਰ ਵਿਅਰਥ ਹੋ ਜਾਂਦੇ ਨੇ। ਜਿਨ੍ਹਾਂ ਦੇ ਘਰ ਵਿੱਚ ਔਲਾਦ ਨਾ ਹੋਵੇ, ਘਰ ਦੇ ਵਿੱਚ ਰੌਣਕ ਨਹੀਂ ਰਹਿੰਦੀ। ਦੋਹਰਾ ਉਹਾਂ ਕਿਸੇ ਨੇ ਆਏ ਕਹੀ, ਇੱਕ ਬੰਦੇ ਨਾਰੇ ਅਖਾਏ। ਕਹਿੰਦੇ ਜਦੋਂ ਥਾਂ ਥਾਂ ਤੇ ਭਟਕਦੇ ਰਹੇ, ਕਿਸੇ ਨੇ ਆਖਿਆ ਵੀ ਇੱਥੇ ਇੱਕ ਬੰਦਾ ਸਿੰਘ ਬਹਾਦਰ ਦੀ ਇਸਤਰੀ ਹੈ, ਤੇ ਉਹਦੇ ਹੱਥ ਵਿੱਚ ਇੱਕ ਪੁਸਤਕ ਮਿਲੀ ਹੈ। ਉਹ ਬੰਦਾ ਸਿੰਘ ਬਹਾਦਰ ਦੀ ਪੁਸਤਕ ਸੀ, ਤੇ ਉਹਦੇ ਵਿੱਚੋਂ ਉਹਨੂੰ ਤਾਕਤਾਂ ਕਰਾਮਾਤਾਂ ਪ੍ਰਾਪਤ ਹੋਈਆਂ ਨੇ। ਜੋ ਮੁਖ ਤੇ ਵੈ ਬਚਨ ਕ ਬਚ ਕਹੈ, ਸੋ ਨ ਬਿਰਥੋ ਜਾਏ। ਤੇ ਜਦੋਂ ਉਹ ਆਪਣੇ ਮੁਖ ਤੋਂ ਕੋਈ ਬਚਨ ਕਰਦੀ ਹੈ, ਉਹ ਬਚਨ ਖਾਲੀ ਨਹੀਂ ਜਾਂਦਾ। ਚਉਪਈ ਤੋ ਸੁਨਤ ਐਸ ਚਿਤ ਆਈ। ਕਹਿੰਦੇ ਫਿਰ ਰਾਜੇ ਨੂੰ ਜਦੋਂ ਇਹ ਪਤਾ ਲੱਗਾ, ਤੇ ਕਹਿੰਦੇ ਮਨ ਦੇ ਵਿੱਚ ਵਿਚਾਰ ਆਈ ਜਿਮ ਅਤੇ ਪਿਆਸੇ ਨੀਰ ਦਸਈ। ਕਿ ਕਿਸ ਤਰ੍ਹਾਂ, ਜਿਵੇਂ ਕਹਿੰਦੇ ਕੋਈ ਬਹੁਤ ਪਿਆਸਾ ਬੰਦਾ ਹੋਵੇ ਨਾ, ਤੇ ਪਿਆਸੇ ਬੰਦੇ ਨੂੰ ਪਾਣੀ ਲੱਭ ਜਾਵੇ, ਤੇ ਬਹੁਤ ਚਾਅ ਚੜਦਾ, ਖੁਸ਼ੀ ਹੁੰਦੀ ਹੈ ਕਿ ਪਿਆਸ ਬੁੱਝ ਜਾਵੇਗੀ। ਕਹਿੰਦੇ ਇਸ ਤਰ੍ਹਾਂ ਰਾਜੇ ਨੂੰ ਵੀ ਇਸ ਤਰ੍ਹਾਂ ਲੱਗਾ ਕਿ ਹੁਣ ਚਿੰਤਾ ਦੂਰ ਹੋ ਜਾਵੇਗੀ। ਪਰ ਉਨ ਕੋ ਬਹੁ ਸੋਚੈ ਹੋਈ। ਪਰ ਕਹਿੰਦੇ ਉਹਦੇ ਮਨ ਦੇ ਵਿੱਚ ਹੋਰ ਵੀ ਸੋਚਾਂ ਬਹੁਤ ਚੱਲ ਰਹੀਆਂ ਸਨ ਕਿ ਮਹਮਉ ਸੇ ਮਿਲਾਵੇ ਕੋਈ। ਕਿ ਅਸੀਂ ਕਿਸ ਤਰ੍ਹਾਂ ਜਾ ਕਰਕੇ ਬੰਦਾ ਸਿੰਘ ਬਹਾਦਰ ਦੀ ਇਸਤਰੀ ਨੂੰ ਮਿਲਾਂਗੇ। ਦੋਹਰਾ ਢੂੰਡ ਪਾਲ ਸੋ ਤਹਿ ਪੁਜੀ, ਜੈ ਹੁਤੀ ਬੰਦੇ ਕੀ ਜੋਏ। ਸੋ ਕਹਿੰਦੇ ਨੇ ਖੋਜ ਭਾਲ ਕਰਕੇ, ਪਤਾ ਕਰਕੇ ਬੰਦਾ ਸਿੰਘ ਬਹਾਦਰ ਦੀ ਇਸਤਰੀ ਦਾ ਟਿਕਾਣਾ ਪਤਾ ਲੱਗਾ। ਜਾਏ ਚੜਾਵੋ ਉਨ ਧਰਿਓ, ਆਗੇ ਰਹੀ ਲਖਲੋਏ। ਤੇ ਕਹਿੰਦੇ ਜਾ ਕਰਕੇ ਚੜਾਵਾ ਦੇ ਕਰਕੇ ਉਹਦੇ ਅੱਗੇ ਖੜ ਗਏ। ਚਉਪਈ ਤਉ ਸੰਤਨੀ ਐਸੇ ਉਚਾਰਾ। ਤਾਂ ਬੰਦਾ ਸਿੰਘ ਬਹਾਦਰ ਦੀ ਇਸਤਰੀ ਉਹਨਾਂ ਨੂੰ ਵੇਖ ਕੇ ਬਚਨ ਕਰਨ ਲੱਗੀ, ਅਮਲਾਇਕ ਕਿਆ ਕੰਮ ਤੁਹਾਰਾ। ਕਿ ਅਸੀਂ ਤੇ ਗਰੀਬੜੇ ਜਿਹੇ ਬੰਦੇ ਆ, ਅਸੀਂ ਤੁਹਾਡੇ ਕਿਸ ਤਰ੍ਹਾਂ ਕੰਮ ਆ ਸਕਦੇ ਹਾਂ। ਵੱਡੇ ਮਹੰਤ ਗੁਰ ਅਨਪੈ ਜਾਹੋ। ਜਿਹੜੇ ਵੱਡੇ ਵੱਡੇ ਸੰਤ ਮਹੰਤ ਨੇ, ਉਹਨਾਂ ਕੋਲ ਜਾਓ, ਪੀਰਾਂ ਫਕੀਰਾਂ ਕੋਲ। ਮੈਂ ਗਰੀਬੜੀ ਤੁਹਾਡੇ ਕੀ ਕੰਮ ਆਵਾਂਗੀ। ਹਮ ਗਰੀਬਨ ਤੇ ਤੁਮ ਕਿਆ ਚਾਹੋ। ਤੁਸੀਂ ਸਾਡੇ ਤੋਂ, ਗਰੀਬਾਂ ਤੋਂ ਕੀ ਚਾਹੁੰਦੇ ਹੋ।
उन्हीं की तुम सेवा करो। ਜਾਓ ਕਿਤੇ ਪੀਰਾਂ ਫਕੀਰਾਂ ਸੰਤਾਂ ਮਹੰਤਾਂ ਦੀ ਜਾ ਕਰਕੇ ਸੇਵਾ ਕਰੋ। उन्हीं आगे चढ़ती धरो। ਉਹਨਾਂ ਦੇ ਅੱਗੇ ਜਾ ਕਰਕੇ ਚੜਾਵਾ ਧਰੋ ਜਿਨ੍ਹਾਂ ਤੁਹਾਡੀ ਫਰਿਆਦ ਸੁਣਨੀ ਹੈ। उन्हीं को वो दरब प्यारी। ਉਹਨਾਂ ਨੂੰ ਹੀ ਜਾ ਕਰਕੇ ਧਨ ਦਿਓ ਜਿਨ੍ਹਾਂ ਨੂੰ ਧਨ ਪਿਆਰਾ ਹੈ। असी रुखी मिस्सी खाए सोए सुखारी। ਅਸੀਂ ਤਾਂ ਰੁੱਖੀ ਮਿੱਸੀ ਖਾ ਕਰਕੇ ਸੌਂ ਕੇ ਗੁਜ਼ਾਰਾ ਕਰਨ ਵਾਲੇ ਹਾਂ। दोरा यो सुन रानी द्वै उसे गए पद परी लपटाए। ਕਹਿੰਦੇ ਜਦੋਂ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਦੀ ਇਸਤਰੀ ਨੇ ਬਚਨ ਕੀਤੇ ਤੇ ਖਾਲਸਾ ਜੀ ਉਹਦੇ ਚਰਨਾਂ ਨੂੰ ਰਾਜੇ ਦੀ ਰਾਣੀ ਨੇ ਇੱਕੋ ਦਮ ਘੁੱਟ ਕੇ ਪਕੜ ਲਿਆ। हस कर बचन सो कर दियो माल के आस पुजाए। ਕਹਿੰਦੇ ਜਦੋਂ ਰਾਜੇ ਤੇ ਰਾਣੀ ਨੇ ਬੰਦਾ ਸਿੰਘ ਬਹਾਦਰ ਦੀ ਇਸਤਰੀ ਪਕੜ ਲਈ ਤੇ ਬੰਦਾ ਸਿੰਘ ਬਹਾਦਰ ਦੀ ਇਸਤਰੀ ਨੇ ਹੱਸ ਕੇ ਹੀ ਕਹਿ ਦਿੱਤਾ ਕਿ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਤੁਹਾਡੀ ਆਸ ਪੁਜਾਵੇ। ਗੁਰੂ ਨਾਨਕ ਦੇ ਘਰ ਤੋਂ ਕੋਈ ਖਾਲੀ ਨਹੀਂ ਜਾਂਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਤੁਹਾਡੀ ਆਸ ਪੁਜਾਉਣ। चौपई दो उन कै सिर हथ लगाए। ਤੇ ਕਹਿੰਦੇ ਦੋਵਾਂ ਦੇ ਸਿਰ ਤੇ ਹੱਥ ਧਰ ਦਿੱਤਾ दोन आदर सहित उठाए। ਤੇ ਮੋਢਿਆਂ ਤੋਂ ਪਕੜ ਕਰਕੇ ਦੋਵਾਂ ਨੂੰ ਬਹੁਤ ਸਤਿਕਾਰ ਦੇ ਨਾਲ ਆਦਰ ਦੇ ਨਾਲ ਖੜਾ ਕੀਤਾ ਕਿ ਮੇਰੇ ਪੈਰਾਂ ਦੇ ਵਿੱਚ ਡਿੱਗਣ ਨਾਲੋਂ ਰੱਬ ਦੇ ਪੈਰਾਂ ਵਿੱਚ ਜਾ ਕੇ ਡਿੱਗੋ। ਕਿਉਂਕਿ ਖਾਲਸਾ ਜੀ ਇੱਕ ਮੈਂ ਬੇਨਤੀ ਅਕਸਰ ਕਰਦਾ ਕਿ ਮੰਗਤੇ ਉਸ ਪ੍ਰਮਾਤਮਾ ਦੇ ਉਸ ਸਤਿਗੁਰੂ ਦੇ ਬਣੀਏ। ਉਸ ਸਤਿਗੁਰੂ ਦੇ ਮੰਗਤੇ ਬਣ ਕੇ ਕੋਈ ਸਾਨੂੰ ਮੰਗਤਾ ਨਹੀਂ ਕਹਿੰਦਾ, ਬਣ ਕੇ ਦੁਨੀਆ ਦਾ ਬਾਦਸ਼ਾਹ ਕਹਿੰਦਾ। ਜਿਹੜਾ ਰੱਬ ਦਾ ਮੰਗਤਾ ਬਣ ਜਾਂਦਾ ਹੈ ਨਾ, ਤੇ ਰੱਬ ਦਾ ਜਿਹੜਾ ਮੰਗਤਾ ਹੁੰਦਾ ਉਹਨੂੰ ਰੱਬ ਮੰਗਤਾ ਨਹੀਂ ਰਹਿਣ ਦਿੰਦਾ, ਦੁਨੀਆ ਦਾ ਬਾਦਸ਼ਾਹ ਬਣਾ ਦਿੰਦਾ। ਪਰ ਜਿਹੜਾ ਦੁਨੀਆ ਦਾ ਮੰਗਤਾ ਹੁੰਦਾ ਹੈ ਨਾ, ਤੇ ਲੋਕ ਉਹਨੂੰ ਮੰਗਤਾ ਕਹਿੰਦੇ ਨੇ, ਭਿਖਾਰੀ ਕਹਿੰਦੇ ਨੇ, ਇਹੀ ਕਹਿੰਦੇ ਨੇ ਵੀ ਇਹ ਤੇ ਮੰਗਦਾ ਹੀ ਰਹਿੰਦਾ। ਇਸ ਕਰਕੇ ਦੁਨੀਆ ਦੇ ਮੰਗਤੇ ਬਣਨ ਨਾਲੋਂ ਰੱਬ ਦੇ ਮੰਗਤੇ ਬਣੀਏ, ਪ੍ਰਮਾਤਮਾ ਦੇ ਮੰਗਤੇ ਬਣੀਏ। ਕਿਉਂਕਿ ਪ੍ਰਮਾਤਮਾ ਦੇ ਮੰਗਤੇ ਬਣਿਆ ਦੁਨੀਆ ਦੇ ਮੰਗਤੇ ਨਹੀਂ ਬਣਨਾ ਪੈਂਦਾ, ਦੁਨੀਆ ਦੇ ਬਾਦਸ਼ਾਹ ਬਣ ਜਾਈਦਾ। ਸੋ ਇਸ ਕਰਕੇ ਖਾਲਸਾ ਜੀ ਬੰਦਾ ਸਿੰਘ ਬਹਾਦਰ ਦੀ ਇਸਤਰੀ ਨੇ ਕਿਹਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਚਰਨੀ ਲੱਗੋ। इसी वर्ष उन्हें अंदर बिताओ। ਸੋ ਖਾਲਸਾ ਜੀ ਉਹਨੇ ਕਿਹਾ ਕਿ ਇਸੇ ਬਰਖ ਦੇ ਅੰਦਰ ਇਸੇ ਸਾਲ ਗੁਰੂ ਨਾਨਕ ਪ੍ਰਮਾਤਮਾ ਵਾਹਿਗੁਰੂ ਤੁਹਾਡੀ ਆਸ ਪੁਜਾਉਣਗੇ। सत बंदे बचन दो बालक खिडाओ। ਸੋ ਜੋ ਵੀ ਬੰਦਾ ਸਿੰਘ ਬਹਾਦਰ ਦੇ ਨਾਲ ਰਹਿ ਕਰਕੇ ਮੈਨੂੰ ਪ੍ਰਾਪਤ ਹੋਇਆ, ਜੇ ਸੱਚਮੁੱਚ ਉਹ ਕੋਈ ਕਲਾ ਸੱਚੀ ਹੈ ਤੇ ਤੁਸੀਂ ਇਸੇ ਸਾਲ 2 ਬਾਲਕਾਂ ਦੇ ਮਾਪਿਓ ਬਣ ਜਾਓਗੇ। ਤੁਹਾਡੇ ਘਰ ਦੇ ਵਿੱਚ 2 ਬੱਚੇ ਜਨਮ ਲੈਣਗੇ। दोहरा खुशियन सोवै घर गई पूजी राजे टिक जाए। ਸੋ ਕਹਿੰਦੇ ਖੁਸ਼ੀਆਂ ਦੇ ਨਾਲ ਰਾਜਾ ਤੇ ਰਾਣੀ ਆਪਣੇ ਘਰ ਨੂੰ ਪਰਤੇ ਆਏ। आसावंती दोए पई सुती कही निस दोए जाए। ਤੇ ਕਹਿੰਦੇ ਨੇ ਉਹਨਾਂ ਦੀ ਆਸ ਪੂਰੀ ਹੋ ਗਈ। ਉਸੇ ਸਾਲ ਉਹਨਾਂ ਦੇ ਘਰ ਦੇ ਵਿੱਚ 2 ਪੁੱਤਰਾਂ ਨੇ ਜਨਮ ਲਿਆ। अब राज सिंह जग रूप सिंह धरियो उनको नाए। ਇੱਕ ਦਾ ਨਾਮ ਅਭੈ ਰਾਜ ਸਿੰਘ ਹੋਇਆ ਤੇ ਇੱਕ ਦਾ ਨਾਮ ਜਗਰੂਪ ਸਿੰਘ ਹੋਇਆ। ਇਹ 2 ਬੱਚੇ ਉਸ ਰਾਜੇ ਦੇ ਜਸਵਾਲ ਰਾਜੇ ਦੇ ਘਰ ਵਿੱਚ ਜਨਮੇ ਤੇ ਖਾਲਸਾ ਜੀ ਇਹਨਾਂ ਦੋਵਾਂ ਦਾ ਨਾਮ ਇਹ ਰੱਖਿਆ ਗਿਆ। और बात बहुती लिखी ग्रंथ बड़ो हो जाए। ਸੋ ਕਹਿੰਦੇ ਇਸ ਤਰ੍ਹਾਂ ਦੀਆਂ ਬਹੁਤ ਕਰਾਮਾਤਾਂ ਤਾਕਤਾਂ ਉਸ ਦੀ ਇਸਤਰੀ ਨੂੰ ਵੀ ਪ੍ਰਾਪਤ ਹੋਈਆਂ। ਜੇ ਉਹ ਸਾਰੀਆਂ ਲਿਖਣ ਲੱਗੀਏ ਤੇ ਗ੍ਰੰਥ ਬਹੁਤ ਵੱਧ ਜਾਵੇਗਾ। ਇਸ ਕਰਕੇ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਕੇਵਲ ਤੇ ਕੇਵਲ ਖਾਲਸਾ ਜੀ ਇੱਕੋ ਬਾਤ ਉਸ ਦੀ ਇਸਤਰੀ ਬਾਰੇ ਦੱਸੀ ਹੈ। ਸੋ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਜਿਹੜਾ ਕਰਦਾ ਹੈ ਉਹਨੂੰ ਕੋਈ ਨਾ ਕੋਈ ਰਹਿਮਤ, ਕੋਈ ਨਾ ਕੋਈ ਤਾਕਤ ਮਿਲਦੀ ਜ਼ਰੂਰ ਹੈ। ਪਰ ਉਸ ਤਾਕਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਉਸ ਕਲਾ ਦਾ, ਉਸ ਰਹਿਮਤ ਦਾ, ਉਸ ਬਖਸ਼ਿਸ਼ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਜਦੋਂ ਬੰਦੇ ਨੂੰ ਹੰਕਾਰ ਹੋ ਜਾਂਦਾ ਤੇ ਸਤਿਗੁਰੂ ਫਿਰ ਉਹ ਹੰਕਾਰ ਦੂਰ ਕਰਨ ਵਾਸਤੇ ਦਿੱਤੀ ਹੋਈ ਦਾਤ, ਦਿੱਤੀ ਹੋਈ ਤਾਕਤ ਖੋਹ ਵੀ ਲੈਂਦੇ ਨੇ। ਤੇ ਆਪਾਂ ਇਤਿਹਾਸ ਦੇ ਵਿੱਚ ਇਹ ਸਰਵਣ ਵੀ ਇਸੇ ਕਰਕੇ ਭਾਈ ਰਤਨ ਸਿੰਘ ਭੰਗੂ ਨੇ ਨਿੱਕੀਆਂ ਨਿੱਕੀਆਂ ਗੱਲਾਂ ਇਤਿਹਾਸ ਵਿੱਚ ਦਸੀਆਂ। ਬਹੁਤ ਗੱਲਾਂ ਇਤਿਹਾਸ ਵਿੱਚ ਐਸੀਆਂ ਜਿਹੜੀਆਂ ਆਮ ਕਿਤਾਬਾਂ ਦੇ ਵਿੱਚ ਮਿਲਣ ਨੂੰ, ਪੜ੍ਹਨ ਨੂੰ ਨਹੀਂ ਮਿਲਦੀਆਂ, ਜਿਹੜੀਆਂ ਪੁਰਾਤਨ ਗ੍ਰੰਥਾਂ ਵਿੱਚ ਮਿਲਦੀਆਂ। ਤੇ ਇਤਿਹਾਸ ਦੇ ਵਿੱਚੋਂ ਇਹ ਸਾਨੂੰ ਸੇਧ ਮਿਲਦੀ ਹੈ ਕਿ ਭਾਵੇਂ ਬੰਦਾ ਸਿੰਘ ਬਹਾਦਰ ਨੂੰ ਜਦੋਂ ਥਾਪੜਾ ਦੇ ਕਰਕੇ ਕਲਗੀਧਰ ਪਾਤਸ਼ਾਹ ਨੇ ਭੇਜਿਆ, ਬਚਨ ਵੀ ਕੀਤੇ ਕਿ 5 ਸਿੰਘਾਂ ਦੀ ਤਾਬਿਆ ਤੇ ਰਹਿਣਾ, ਕਦੇ ਵੀ ਹੰਕਾਰ ਨਾ ਕਰਨਾ।
ਪਰ ਜਦੋਂ ਮਨ ਦੇ ਵਿੱਚ ਕਿਣਕਾ ਜਿਹਾ ਹੰਕਾਰ ਵੀ ਆ ਗਿਆ ਖਾਲਸਾ ਜੀ ਤੇ ਕਲਗੀਆਂ ਵਾਲੇ ਨੇ ਵਾਪਸ ਆਪਣੀਆਂ ਰਹਿਮਤਾਂ ਲੈ ਲਈਆਂ ਤੇ ਬਾਅਦ ਵਿੱਚ ਭਾਵੇਂ ਉਹ ਭੁੱਲਾਂ ਮਹਿਸੂਸ ਕੀਤੀਆਂ ਤੇ ਬੰਦਾ ਸਿੰਘ ਬਹਾਦਰ ਨੇ ਸ਼ਹੀਦੀ ਦੇ ਕਰਕੇ ਆਪਣੇ ਤਨ ਦੇ ਲਹੂ ਦੇ ਨਾਲ ਉਹਨਾਂ ਭੁੱਲਾਂ ਨੂੰ ਧੋਤਾ ਤੇ 4 ਸਾਲ ਦੇ ਪੁੱਤਰ ਦਾ ਕਾਲਜਾ ਆਪਣੇ ਮੂੰਹ ਵਿੱਚ ਪਵਾ ਲਿਆ। ਸੋ ਇਸ ਤਰ੍ਹਾਂ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਦੇ ਘਰ ਦੇ ਵਿੱਚ ਜਿਹੜਾ ਨੀਵਾਂ ਹੁੰਦਾ ਹੈ, ਆਪਾਂ ਆਸਾ ਕੀ ਵਾਰ ਦੇ ਵਿੱਚ ਪੜ੍ਹਦੇ ਨਿਵੈ ਸੋ ਗੋਰਾ ਹੋਏ। ਜਿਹੜਾ ਇੱਥੇ ਖਾਲਸਾ ਜੀ ਨੀਵਾਂ ਹੋ ਕਰਕੇ ਸੇਵਾ ਕਰਦਾ ਨਾ, ਗੁਰੂ ਨਾਨਕ ਦੇ ਘਰ ਵਿੱਚ ਨੀਵੇਂ ਹੋ ਕੇ ਸੇਵਾ ਕਰਨ ਨਾਲ ਗੁਰੂ ਨਾਨਕ ਦਾ ਘਰ ਉੱਚਾ ਚੁੱਕ ਦਿੰਦਾ ਹੈ, ਵੱਡਾ ਕਰ ਦਿੰਦਾ ਹੈ। ਮੇਰੇ ਖੁਦ ਦਾ ਇੱਕ ਨਿੱਜੀ ਅਨੁਭਵ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਬਹੁਤ ਹੀ ਨਾਮ ਬਾਣੀ ਵਿੱਚ ਭਿੱਜੀ ਹੋਈ ਰੂਹ, ਉਹ ਸੇਵਾ ਕਰਿਆ ਕਰਦੇ ਨੇ। ਊਨਾ ਸਾਹਿਬ ਵਾਲੇ ਮਹਾਂਪੁਰਖ ਉਹਨਾਂ ਨੂੰ ਕਿਹਾ ਜਾਂਦਾ, ਉਹਨਾਂ ਕੋਲ ਡੇਰੇ ਵੀ ਬਹੁਤ ਨੇ, ਜ਼ਮੀਨ ਜਾਇਦਾਦ ਵੀ ਬਹੁਤ ਸੀ, ਪਰ ਆਪਣੀ ਜ਼ਮੀਨ ਜਾਇਦਾਦ ਦਾ ਮੋਹ ਛੱਡ ਕੇ, ਡੇਰੇ ਛੱਡ ਕੇ, ਸੇਵਾਦਾਰ ਛੱਡ ਕੇ ਧੰਨ ਗੁਰੂ ਰਾਮਦਾਸ ਦੇ ਘਰ ਵਿੱਚ ਹਰਿਮੰਦਰ ਸਾਹਿਬ ਆ ਕਰਕੇ ਇਕੱਲੇ ਸੇਵਾ ਕਰਨ ਲੱਗ ਪਏ। ਤੇ ਖਾਲਸਾ ਜੀ ਉੱਥੇ ਹੀ ਪਰਿਕਰਮਾ ਦੇ ਵਿੱਚ ਸੋ ਜਾਣਾ, ਪਰਿਕਰਮਾ ਵਿੱਚ ਹੀ ਰਹਿਣਾ, ਉੱਥੇ ਸੇਵਾ ਕਰਨੀ। ਤੇ ਉਹਨਾਂ ਨੂੰ ਇੱਕ ਦਿਨ ਪੁੱਛਿਆ ਗਿਆ ਕਿ ਮਹਾਂਪੁਰਖੋ ਬੜੀ ਵੱਡੀ ਸੇਵਾ, ਕਿ ਲੋਕ ਤਾਂ ਡੇਰਿਆਂ ਪਿੱਛੇ, ਗੁਰੂ ਘਰਾਂ ਪਿੱਛੇ ਲੜਦੇ ਨੇ, ਤੇ ਤੁਸੀਂ ਗੁਰੂ ਘਰਾਂ ਨੂੰ, ਡੇਰਿਆਂ ਦੇ ਮੋਹ ਨੂੰ ਛੱਡ ਕੇ ਹਰਿਮੰਦਰ ਸਾਹਿਬ ਕਮਰਾ ਲੈ ਕੇ ਪਰਿਕਰਮਾ ਦੇ ਵਿੱਚ ਵੀ ਸੋ ਕਰਕੇ ਸੇਵਾ ਕਰ ਰਹੇ ਹੋ, ਤੁਹਾਡੇ ਵਰਗੀ ਕਮਾਈ ਕਿਸ ਦੀ ਹੋਵੇਗੀ। ਤੇ ਵੇਖੋ, ਜਿਹੜਾ ਮੇਰੇ ਜਿਹਾ ਅਲਪੱਗ ਜੀਵ ਮਨ ਵਿੱਚ ਸੋਚ ਜਾਂਦਾ ਹੈ ਕਿ ਹਾਂ, ਇਹਨਾਂ ਤਿਆਗ ਕਰਕੇ ਸੇਵਾ ਕਰ ਰਿਹਾ, ਮੇਰੇ ਤੋਂ ਵੱਡੀ ਸੇਵਾ ਕੀਤੀ ਹੈ, ਮੇਰੇ ਤੋਂ ਵੱਡਾ ਸਿੱਖ ਕਿਹੜਾ ਹੈ। ਪਰ ਉਹ ਮਹਾਂਪੁਰਖਾਂ ਦੇ ਨੇਤਰਾਂ ਦੇ ਵਿੱਚ ਜਲ ਆ ਗਿਆ। ਕਹਿਣ ਲੱਗੇ, ਸੱਜਣਾ, ਨਹੀਂ, ਮੈਂ ਸੇਵਾ ਨਹੀਂ ਕਰ ਰਿਹਾ, ਬਲਕਿ ਮੇਰੇ ਅੰਦਰ ਪਾਪਾਂ ਦੀ ਮੈਲ ਬਹੁਤ ਹੋ ਗਈ ਸੀ, ਤੇ ਗੁਰੂ ਰਾਮਦਾਸ ਦੇ ਘਰ ਦੀ ਸੇਵਾ ਕਰਕੇ ਮੈਂ ਪਾਪਾਂ ਦੀ ਮੈਲ ਧੋਣ ਦਾ ਯਤਨ ਕਰ ਰਿਹਾ। ਸੋ ਜਿਹੜਾ ਇਸ ਤਰ੍ਹਾਂ ਸਦਾ ਨੀਵਾਂ ਬਣ ਕੇ ਸੇਵਾ ਕਰਦਾ ਰਹਿੰਦਾ ਹੈ, ਉਹਦੇ ਉੱਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਰਹਿਮਤ ਜ਼ਰੂਰ ਵਰਤਦੀ ਹੈ। ਸੋ ਇਤਿਹਾਸ ਵਿੱਚ ਆਪਾਂ ਇਹਨਾਂ ਸਿੱਖਿਆਵਾਂ ਨੂੰ ਜ਼ਰੂਰ ਧਾਰਨ ਕਰਨਾ ਹੈ ਕਿ ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਿ ਗੁਰੂ ਦੀ ਮਤ ਨੂੰ ਧਾਰਨ ਕਰਨਾ ਤੇ ਭਗਤੀ ਨੂੰ ਧਾਰਨ ਕਰਨਾ, ਕਿਉਂਕਿ ਭਗਤੀ ਤੋਂ ਬਿਨਾ, ਗੁਰਮਤ ਤੋਂ ਬਿਨਾ ਵੱਡੇ ਵੱਡੇ ਸਿਆਣੇ ਸੰਸਾਰ ਰੂਪੀ ਭਵ ਸਾਗਰ ਵਿੱਚ ਡੁੱਬ ਜਾਂਦੇ ਨੇ। ਦੋਹਰਾ ਤਬ ਬੰਦੇ ਕੇ ਦਿਲ ਆਈ, ਕੁੱਲੂ ਦੇਖੀਏ ਜਾਏ। ਸੋ ਜਿੱਥੇ ਖਾਲਸਾ ਜੀ ਅੱਜ ਪਹਾੜਾਂ ਦੇ ਵਿੱਚ ਕੁੱਲੂ ਮਨਾਲੀ ਹੈ, ਕਹਿੰਦੇ ਬੰਦਾ ਸਿੰਘ ਬਹਾਦਰ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਕੁੱਲੂ ਰਿਆਸਤ ਵੱਲ ਜਾਈਏ, ਕਿਉਂਕਿ ਬੰਦਾ ਸਿੰਘ ਬਹਾਦਰ ਦਾ ਜਨਮ ਕਸ਼ਮੀਰ ਦੇ ਇਲਾਕੇ ਵਿੱਚ ਹੋਇਆ ਸੀ। ਇਸ ਕਰਕੇ ਉਹਦਾ ਇਲਾਕਾ ਪਹਾੜੀ ਇਲਾਕਾ ਸੀ, ਤੇ ਪਹਾੜੀ ਇਲਾਕੇ ਦੇ ਨਾਲ ਮੋਹ ਵੀ ਸੀ, ਪ੍ਰੇਮ ਵੀ ਸੀ। ਹੁਣ ਜਦੋਂ ਰਾਜ ਭਾਗ ਸਥਾਪਿਤ ਕੀਤਾ, ਪੰਜਾਬ ਦਾ ਰਾਜ ਸਥਾਪਿਤ ਹੋ ਗਿਆ, ਪਹਾੜੀ ਰਿਆਸਤਾਂ ਜਿੱਤ ਲਈਆਂ, ਖਾਲਸੇ ਨੂੰ ਰਾਜ ਭਾਗ ਦੇ ਕਰਕੇ ਬੰਦਾ ਸਿੰਘ ਬਹਾਦਰ ਨੇ ਵਿਚਾਰ ਕੀਤੀ ਕਿ ਸਕੇਤ ਮੰਡੀ ਦੇ ਇਲਾਕੇ ਨੂੰ ਹੋ ਕਰਕੇ ਹੁਣ ਕੁੱਲੂ ਰਿਆਸਤ ਵੱਲ ਵੀ ਜਾਣਾ ਚਾਹੀਦਾ ਹੈ। ਸ੍ਰੀ ਮਹੇਸ਼ ਕੋ ਦਰਸ ਕਰ ਔਰ ਸਿੱਧਨ ਦਰਸ ਪਾਏ। ਕਿਉਂਕਿ ਪਹਾੜਾਂ ਦੇ ਉੱਤੇ ਖਾਲਸਾ ਜੀ ਪੁਰਾਣੇ ਸਮੇਂ ਦੇ ਵਿੱਚ ਸਿੱਧ ਪੁਰਸ਼ ਵੀ ਰਿਹਾ ਕਰਦੇ ਸੀ, ਜਿਹੜੇ ਘਰਾਂ ਨੂੰ ਛੱਡ ਕੇ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਦੇ ਸੀ। ਤੇ ਕੁੱਲੂ ਦੇ ਵਿੱਚ ਅੱਜ ਵੀ ਮਹੇਸ਼ ਦਾ ਭਾਵ ਕਿ ਸ਼ਿਵ ਜੀ ਦਾ ਬਹੁਤ ਵੱਡਾ ਮੰਦਿਰ ਹੈ। ਕਹਿੰਦੇ ਉਹ ਵੀ ਜਾ ਕਰਕੇ ਬੰਦਾ ਸਿੰਘ ਬਹਾਦਰ ਨੇ ਵੇਖਿਆ, ਤੇ ਹੋਰ ਵੀ ਸਿੱਧਾਂ ਪੁਰਖਾਂ ਦੇ ਨਾਲ ਜਾ ਕਰਕੇ ਵਿਚਾਰ ਚਰਚਾ ਕੀਤੀ। ਦਰਅਸਲ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਵਿਤਕਰੇ ਨੇ। ਸਾਡੇ ਮਨ ਦੇ ਵਿੱਚ ਇੱਕ ਕੱਟੜਵਾਦ ਹੈ ਕਿ ਜੇ ਮੰਦਿਰ ਦੇ ਸਾਹਮਣੇ ਦੇ ਵੀ ਲੰਘ ਜਾਈਏ, ਸਾਨੂੰ ਡਰ ਪੈ ਜਾਂਦਾ ਵੀ ਕਿਤੇ ਅਸੀਂ ਧਰਮ ਨਾ ਬਦਲ ਲਈਏ। ਪਰ ਖਾਲਸਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਖੁਦ ਜਗਨਨਾਥਪੁਰੀ ਗਏ, ਤੇ ਜਾ ਕਰਕੇ ਮਹਾਰਾਜ ਨੇ ਰੱਬ ਦੀ, ਪ੍ਰਮਾਤਮਾ ਦੇ ਨਾਮ ਦੀ ਗੱਲ ਕੀਤੀ ਤੇ ਸ਼ਬਦ ਉਚਾਰਿਆ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰ ਕਾ ਮੰਡਲ ਜਨਕ ਮੋਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਹਰਿਦੁਆਰ ਗਏ, ਸਤਿਗੁਰੂ ਢਾਕੇ ਗਏ, ਗਿਆ ਗਏ, ਬਿਨਾਂ ਕਿਸੇ ਵਿਤਕਰੇ ਤੋਂ ਹਰ ਇੱਕ ਸਥਾਨ ਤੇ ਜਾ ਕਰਕੇ ਰੱਬ ਦੀ, ਪ੍ਰਮਾਤਮਾ ਦੇ ਨਾਮ ਦੀ ਗੱਲ ਕੀਤੀ। ਸੋ ਸਤਿਗੁਰੂ ਕਦੇ ਧਰਮ ਦੇ ਵਿਰੁੱਧ ਨਹੀਂ,
ਬਲਕਿ ਧਰਮ ਦੇ ਨਾਮ ਤੇ ਜਿਹੜਾ ਪਖੰਡ ਹੁੰਦਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਘਰ ਧਰਮ ਦੇ ਨਾਮ ਤੇ ਹੋ ਰਹੇ ਪਖੰਡ ਦੇ ਖਿਲਾਫ ਹੁੰਦਾ ਹੈ, ਧਰਮ ਦੇ ਖਿਲਾਫ ਨਹੀਂ ਹੁੰਦਾ। ਸੋ ਇਸ ਕਰਕੇ ਬੰਦਾ ਸਿੰਘ ਬਹਾਦਰ ਨੇ ਕੁੱਲੂ ਜਾ ਕਰਕੇ ਉਸ ਮੰਦਿਰ ਦੇ ਇਤਿਹਾਸਕ ਅਸਥਾਨ ਦੇ ਦੀਦਾਰੇ ਕੀਤੇ ਤੇ ਉਸ ਤੋਂ ਬਾਅਦ ਖਾਲਸਾ ਜੀ ਹੋਰ ਜਿਹੜੇ ਸਿੱਧ ਪੁਰਸ਼ ਪੀਰ ਫਕੀਰ ਉਹਨਾਂ ਪਹਾੜਾਂ ਤੇ ਰਹਿ ਰਹੇ ਸੀ, ਉਹਨਾਂ ਨਾਲ ਵੀ ਵਿਚਾਰ ਗੋਸ਼ਟੀ ਕੀਤੀ। ਜੋ ਪਈ ਤਬ ਬੰਦੇ ਨੇ ਸੋਈ ਕਈ, ਤਾਂ ਕਹਿੰਦੇ ਉਸ ਵਕਤ ਬੰਦਾ ਸਿੰਘ ਬਹਾਦਰ ਨੇ ਉਹੀ ਕੁਝ ਕੀਤਾ ਜੋ ਬੰਦੇ ਦਿਲ ਰਾਤੇ ਠਈ, ਜੋ ਬੰਦਾ ਸਿੰਘ ਬਹਾਦਰ ਦੇ ਮਨ ਵਿੱਚ ਆਇਆ। ਬੰਦਾ ਕੁੱਲੂ ਮੈਂ ਬੜਿਓ ਜਾਏ, ਬੰਦਾ ਸਿੰਘ ਬਹਾਦਰ ਨੇ ਕੁੱਲੂ ਦੇ ਵਿੱਚ ਪ੍ਰਵੇਸ਼ ਕੀਤਾ। ਸੋ ਰਾਜੇ ਉਨ ਲਿਓ ਫੜਾਏ, ਤਾਂ ਕਹਿੰਦੇ ਜਦੋਂ ਕੁੱਲੂ ਵਿੱਚ ਪ੍ਰਵੇਸ਼ ਹੋਏ, ਬੰਦਾ ਸਿੰਘ ਬਹਾਦਰ ਨੂੰ ਕੱਲਿਆਂ ਨੂੰ ਵੇਖ ਕੇ ਕੁੱਲੂ ਦੇ ਰਾਜੇ ਨੇ ਗ੍ਰਿਫਤਾਰ ਕਰ ਲਿਆ। ਬੰਦਾ ਕਹੇ ਮੈਂ ਫੜਿਓ ਨਾ ਰਹੋ, ਤੇ ਬੰਦਾ ਸਿੰਘ ਬਹਾਦਰ ਨੇ ਹੱਸ ਕੇ ਕਿਹਾ ਕਿ ਜਿੰਨਾ ਮਰਜ਼ੀ ਪਕੜਨ ਦਾ ਯਤਨ ਕਰੋ, ਪਰ ਤੁਹਾਡੀ ਕੈਦ ਵਿੱਚ ਨਹੀਂ ਰਵਾਂਗਾ, ਉੱਡ ਜਾਵਾਂਗਾ। ਕੈਸੇ ਕਰ ਤੁਮ ਭਾਵੇਂ ਗਹੋ, ਜੋ ਮਰਜ਼ੀ ਕਰ ਲਓ, ਪਰ ਤੁਸੀਂ ਮੈਨੂੰ ਨਹੀਂ ਫੜ ਸਕੋਗੇ। ਬੰਦਾ ਮੁੱਠੀ ਪਰਾਂ ਕੀ ਭਾਈ, ਸੋ ਖਾਲਸਾ ਜੀ ਬੰਦਾ ਬਹਾਦਰ ਵੀ ਕੋਈ ਖਾਲੀ ਨਹੀਂ, ਆਪਣੇ ਆਪ ਵਿੱਚ ਇੱਕ ਤਾਕਤ ਦਾ ਮਾਲਕ ਹੈ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਹੱਸ ਕੇ ਬਚਨ ਕੀਤੇ। ਜਬ ਚਾਹੇ ਤਬ ਹੀ ਉੱਡ ਜਾਈ, ਕਹਿਣ ਲੱਗਾ ਮੈਂ ਤੁਹਾਡੇ ਵਹਿੰਦਿਆਂ ਵਹਿੰਦਿਆਂ ਉੱਡ ਜਾਵਾਂਗਾ, ਪਰ ਤੁਸੀਂ ਨਹੀਂ ਪਕੜ ਸਕੋਗੇ। ਜਿੰਬਨ ਬੰਦਾ ਮੁਖੋਂ ਪੁਕਾਰੇ, ਕਹਿੰਦੇ ਜਿਵੇਂ ਜਿਵੇਂ ਬੰਦਾ ਸਿੰਘ ਬਹਾਦਰ ਆਪਣੇ ਮੁਖ ਤੋਂ ਇਹ ਬਚਨ ਕਰਦੇ ਹਨ, ਤਿਮ ਤਿਮ ਵਹਿ ਤਕੜਾਈ ਧਾਰੈ, ਕਹਿੰਦੇ ਜਿਵੇਂ ਜਿਵੇਂ ਬੰਦਾ ਬਹਾਦਰ ਨੇ ਬਚਨ ਕੀਤਾ, ਤਿਉਂ ਤਿਉਂ ਉਸ ਰਾਜੇ ਦੇ ਸਿਪਾਹੀਆਂ ਨੇ ਸੰਗਲ ਪਾਉਣੇ ਸ਼ੁਰੂ ਕਰ ਦਿੱਤੇ, ਬੇੜੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਪਿੰਜਰੇ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਕਿ ਸੱਚਮੁੱਚ ਕਿਤੇ ਬੰਦਾ ਬਹਾਦਰ ਉੱਡੀ ਨਾ ਜਾਵੇ। ਪ੍ਰਿਤਮ ਕਰਾਇਓ ਨਜ਼ਰੇ ਬੰਦ, ਤੇ ਕਹਿੰਦੇ ਪਿੰਜਰੇ ਵਿੱਚ ਪਾ ਕਰਕੇ ਬੇੜੀਆਂ ਨਾਲ ਜਕੜ ਕਰਕੇ ਨਜ਼ਰ ਬੰਦ ਕਰ ਦਿੱਤਾ। ਆਪਨ ਜ਼ੁਬਾਨੀ ਪਰਿਓ ਸੋ ਫੰਦ, ਤੇ ਕਹਿੰਦੇ ਆਪਣੀ ਜ਼ਬਾਨ ਦੇ ਨਾਲ ਬੰਦਾ ਸਿੰਘ ਬਹਾਦਰ ਨੇ ਕਿਹਾ ਸੀਗਾ ਵੀ ਤੁਹਾਡੇ ਤੋਂ ਪਕੜਿਆ ਨਹੀਂ ਜਾਵਾਂਗਾ। ਤੇ ਕਹਿੰਦੇ ਜਦੋਂ ਇਹ ਬਚਨ ਕੀਤੇ ਡਰਦੇ ਉਹ ਵੀ ਨੇ ਬੰਦਾ ਬਹਾਦਰ ਤੋਂ, ਇਸ ਕਰਕੇ ਹੋਰ ਵੀ ਤਿਆਰੀ ਦੇ ਨਾਲ ਉਹਨਾਂ ਨੇ ਗ੍ਰਿਫਤਾਰ ਕਰ ਲਿਆ। ਲੋ ਪਿੰਜਰੋ ਤਿੰਨੇ ਕਢਾਇਓ, ਸੋ ਖਾਲਸਾ ਜੀ ਲੋਹੇ ਦੇ ਪਿੰਜਰੇ ਦੇ ਵਿੱਚ ਬੰਦ ਕਰ ਦਿੱਤਾ, ਬੇੜੀਆਂ ਪਾ ਦਿੱਤੀਆਂ ਵੀ ਕਿਤੇ ਬੰਦਾ ਬਹਾਦਰ ਇੱਕ ਅੱਧੀ ਬੇੜੀ ਨੂੰ ਤੋੜ ਕੇ ਬਾਹਰ ਨਾ ਆ ਜਾਵੇ। ਕਹੇ ਬੰਦਾ ਮੈਂ ਰਹੋ ਨਾ ਪਾਇਓ, ਪਰ ਫਿਰ ਵੀ ਬੰਦਾ ਸਿੰਘ ਬਹਾਦਰ ਨੇ ਹੱਸ ਕੇ ਕਿਹਾ ਜਿੰਨੀ ਮਰਜ਼ੀ ਬੇੜੀਆਂ ਪਾਓ, ਸੰਗਲ ਪਾਓ, ਪਰ ਨਹੀਂ ਰਵਾਂਗਾ। ਮੈਂ ਪਿੰਜਰੋ ਲੈ ਜਾਉਂ ਉਡਾਓ, ਤੁਹਾਡੇ ਵੇਖਦੇ ਵੇਖਦੇ ਪਿੰਜਰੇ ਸਮੇਤ ਹੀ ਉੱਡ ਜਾਵਾਂਗਾ। ਹੁਣ ਸੁਣ ਪਿੰਜਰੋ ਕੋਠੇ ਪਾਇਓ, ਕਹਿੰਦੇ ਜਦੋਂ ਬੰਦਾ ਬਹਾਦਰ ਨੇ ਕਿਹਾ ਵੀ ਤੁਹਾਡੇ ਵੇਖਦੇ ਵੇਖਦੇ ਪਿੰਜਰਾ ਲੈ ਕੇ ਉੱਡ ਜਾਵਾਂਗਾ, ਕਹਿੰਦੇ ਡਰਦਿਆਂ ਨੇ ਕੋਠੜੇ ਦੇ ਵਿੱਚ ਜਾ ਕਰਕੇ ਖਾਲਸਾ ਜੀ ਪਿੰਜਰਾ ਰੱਖ ਦਿੱਤਾ। ਭਾਵ ਕਿ ਜਿਹੜਾ ਕੈਦਖਾਨਾ ਸੀ, ਕੈਦਖਾਨੇ ਦੇ ਥੱਲੇ ਬਹੁਤ ਜਾ ਕਰਕੇ, ਜਿਸ ਤਰ੍ਹਾਂ ਭੋਰਾ ਸ਼ਬਦ ਆਪਾਂ ਕਹਿ ਦਿੰਨੇ, ਬੇਸਮੈਂਟ ਕਹਿ ਦਿੰਨੇ, ਕਹਿੰਦੇ ਪੁਰਾਣੇ ਸਮਿਆਂ ਵਿੱਚ ਕਾਲ ਕੋਠਰੀ ਰੱਖੀ ਹੁੰਦੀ ਸੀ ਕੈਦਖਾਨਿਆਂ ਵਿੱਚ, ਉਸ ਕੋਠਰੀ ਦੇ ਵਿੱਚ ਜਾ ਕਰਕੇ ਪਿੰਜਰਾ ਰੱਖ ਦਿੱਤਾ ਕਿ ਬੰਦਾ ਬਹਾਦਰ ਇੱਥੋਂ ਸਾਰਾ ਕਿਲਾ ਤੇ ਲੈ ਕਰਕੇ ਉੱਡ ਨਹੀਂ ਸਕਦਾ। ਇਸ ਕਰਕੇ ਹੇਠਾਂ ਕਿਲੇ ਦੇ ਬੰਦਾ ਸਿੰਘ ਬਹਾਦਰ ਦੇ ਪਿੰਜਰੇ ਨੂੰ ਰੱਖ ਦਿੱਤਾ। ਦੋਰਾ ਬੰਦੇ ਪੜਿਓ ਜਬ ਸੁਣੀ, ਸਿੱਖਨ ਪਰ ਗਈ ਸੋਚ, ਤੇ ਜਦੋਂ ਪਤਾ ਲੱਗਾ ਗੁਰੂ ਕੇ ਸਿੱਖਾਂ ਨੂੰ ਕਿ ਬੰਦਾ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ, ਸਾਰੇ ਗੁਰੂ ਕੇ ਸਿੱਖਾਂ ਨੂੰ ਸੋਚਾਂ ਪੈ ਗਈਆਂ। ਤੁਰਕਨ ਮਨ ਸਾਦੀ ਪਈ, ਮੁਲਕ ਛਡਾਇਓ ਲੋਚ, ਤੇ ਕਹਿੰਦੇ ਜਦੋਂ ਬੰਦਾ ਬਹਾਦਰ ਦੀ ਗ੍ਰਿਫਤਾਰੀ ਦਾ ਪਤਾ ਲੱਗਾ, ਮੁਗਲ ਹਕੂਮਤ ਦੇ ਜਿਹੜੇ ਜਰਨੈਲ ਸੀ ਉਹਨਾਂ ਨੂੰ ਤੇ ਖੁਸ਼ੀਆਂ ਹੋ ਗਈਆਂ ਕਿ ਬੰਦਾ ਬਹਾਦਰ ਪਕੜਿਆ ਗਿਆ। ਉਹਨਾਂ ਕਿਹਾ ਵੀ ਬੰਦਾ ਬਹਾਦਰ ਤੇ ਪਕੜਿਆ ਗਿਆ, ਜਿਹੜੇ ਜਿਹੜੇ ਮੁਲਕ ਇਹਨਾਂ ਨੇ ਜਿੱਤੇ ਨੇ ਉਹ ਹੁਣ ਜਲਦੀ ਕਰਕੇ ਆਪਣੇ ਕਬਜ਼ੇ ਵਿੱਚ ਲੈ ਲਈਏ। ਚੌਪਈ ਸ਼ਾਹ ਬਹਾਦਰ ਫੌਜਦਾਰ ਬਹਾਏ, ਇਹ ਕਹਿੰਦੇ ਨੇ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ, ਉਹਨੇ ਆਪਣੇ ਫੌਜਦਾਰ ਭੇਜ ਦਿੱਤੇ। ਬੰਦੇ ਕਿਲਨ ਉੱਪਰ ਚੜ ਜਤਾਏ, ਤੇ ਬੰਦੇ ਬਹਾਦਰ ਦੇ ਬਣਾਏ ਕਿਲਿਆਂ ਦੇ ਉੱਤੇ ਧਾਵਾ ਬੋਲ ਦਿੱਤਾ। ਕਹੇ ਕਰਾਮਾਤ ਗਈ ਬੰਦੇ ਹੋਏ ਅਬੇ, ਤੇ ਕਹਿਣ ਲੱਗੇ ਬੰਦਾ ਬਹਾਦਰ ਦੀ ਕਰਾਮਾਤ ਹੁਣ ਚਲੀ ਗਈ ਹੈ। ਉਤੀ ਕਰਾਮਾਤ ਬੰਦੀ ਖਾਨੇ ਸੋ ਪਰੇ ਕਥੇ, ਤੇ ਕਹਿਣ ਲੱਗੇ ਜੇ ਕਰਾਮਾਤ ਹੁੰਦੀ ਤੇ ਬੰਦਾ ਬਹਾਦਰ ਕਦੇ ਵੀ ਗ੍ਰਿਫਤਾਰ ਨਾ ਹੁੰਦਾ।
ਤਬ ਸਿੰਘਨ ਪਰ ਭੋਜ ਸੁਆਈ। ਤਾਂ ਕਹਿੰਦੇ ਇਧਰੋਂ ਬੰਦਾ ਬਹਾਦਰ ਗ੍ਰਿਫਤਾਰ ਹੋਏ ਤੇ ਉਧਰੋਂ ਖਾਲਸਾ ਜੀ ਸਿੰਘਾਂ ਦੇ ਉੱਤੇ ਫੌਜਾਂ ਚੜ ਕੇ ਆ ਗਈਆਂ। ਮੁਲਕ ਛੱਡ ਸਿੰਘ ਗਏ ਪਰਾਈ। ਤੇ ਜਦੋਂ ਸਿੰਘਾਂ ਦੇ ਉੱਤੇ ਫੌਜਾਂ ਨੇ ਧਾਵਾ ਬੋਲਿਆ, ਗੁਰੂ ਕੇ ਸਿੰਘ ਫਿਰ ਸੰਘਰਸ਼ ਸ਼ੁਰੂ ਹੋ ਗਿਆ ਤੇ ਜੰਗਲਾਂ ਵਿੱਚ ਰਾਤਾਂ ਕੱਟਣੀਆਂ ਪੈ ਗਈਆਂ। ਤੂੰ ਬਹੁਤ ਪਰੀ ਸਿੰਘਨ ਪਰ ਭੀਰ। ਉਸ ਸਮੇਂ ਗੁਰੂ ਕਿਆਂ ਸਿੰਘਾਂ ਤੇ ਖਾਲਸਿਆਂ ਤੇ ਬਹੁਤ ਭੀੜ ਵਾਲਾ, ਬਹੁਤ ਦੁੱਖਾਂ ਵਾਲਾ ਸਮਾਂ ਆ ਗਿਆ। ਤਬ ਬੰਦੇ ਨੇ ਕਰੀ ਤਤਬੀਰ। ਉਦੋਂ ਫਿਰ ਬੰਦਾ ਸਿੰਘ ਬਹਾਦਰ ਨੇ ਇੱਕ ਵਿਚਾਰ ਕੀਤੀ। ਦੋਹਰਾ ਤਬ ਰਾਜੇ ਸੁਧ ਸੈਨ ਨੇ ਸੁਨਿਓ ਕੀਨੋ ਕੋਪ। ਤੇ ਉਧਰੋਂ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਬਾਰੇ ਸੁਕੇਤ ਮੰਡੀ ਦੇ ਰਾਜੇ ਸੁਧ ਸੈਨ ਨੂੰ ਵੀ ਪਤਾ ਲੱਗ ਗਿਆ। ਮੇਰੋ ਗੁਰਦਰਸ਼ਨ ਚੜਿਓ ਤੈ ਕਿਮ ਕੀਨੋ ਲੋਪ। ਉਹਨੇ ਕੁੱਲੂ ਦੇ ਰਾਜੇ ਨੂੰ ਸੁਨੇਹਾ ਭੇਜ ਦਿੱਤਾ ਕਿ ਬੰਦਾ ਬਹਾਦਰ ਨੂੰ ਮੈਂ ਆਪ ਦਾ ਗੁਰੂ ਮੰਨਦਾ ਤੇ ਤੂੰ ਮੇਰੇ ਗੁਰੂ ਨੂੰ ਪਕੜਿਆ ਹੈ। ਤੂੰ ਬੰਦਾ ਬਹਾਦਰ ਨੂੰ ਪਕੜਿਆ ਹੈ ਜਿਹੜਾ ਕੇਵਲ ਤੇ ਕੇਵਲ ਯਾਤਰਾ ਵਾਸਤੇ ਆਏ ਸਨ। ਚੌਪਈ ਸਿੱਧ ਸੈਨ ਤਬ ਉਦਮ ਕੀਓ। ਉਦੋਂ ਫਿਰ ਸਿੱਧ ਸੈਨ ਰਾਜੇ ਨੇ ਇੱਕ ਉਦਮ ਕੀਤਾ ਕਰੀ ਮੁਹਿੰਮ ਚੜਾਵਣ ਲਿਓ। ਕਿ ਬੰਦਾ ਸਿੰਘ ਬਹਾਦਰ ਨੂੰ ਛਡਾਉਣ ਵਾਸਤੇ ਕੋਈ ਮੁਹਿੰਮ ਸ਼ੁਰੂ ਕਰੀਏ। ਤਬ ਬੰਦੇ ਨੇ ਮਨੀ ਵਿਚਾਰੀ। ਉਦੋਂ ਜਦੋਂ ਬੰਦਾ ਬਹਾਦਰ ਨੂੰ ਛਡਾਉਣ ਵਾਸਤੇ ਮੁਹਿੰਮ ਸ਼ੁਰੂ ਹੋਈ, ਬੰਦਾ ਸਿੰਘ ਬਹਾਦਰ ਨੇ ਮਨ ਵਿੱਚ ਵਿਚਾਰ ਕੀਤੀ ਇਨੇ ਛੁਡਾਏ ਪਤ ਨਾ ਮਾਰੀ। ਕਿ ਜੇ ਰਾਜੇ ਨੇ ਮੈਨੂੰ ਛਡਾਇਆ ਤੇ ਮੇਰੀ ਇੱਜ਼ਤ ਨਹੀਂ ਰਹਿਣੀ, ਕਿਉਂਕਿ ਮੇਰੇ ਵਿੱਚ ਇੱਕ ਆਪਣੀ ਤਾਕਤ ਹੈ ਤੇ ਇੱਕ ਤਾਕਤਵਰ ਬੰਦੇ ਨੂੰ ਕੋਈ ਮਾਮੂਲੀ ਜਾਂ ਰਾਜਾ ਜਾ ਕੇ ਛਡਾਵੇ ਤੇ ਚੰਗੀ ਗੱਲ ਨਹੀਂ ਸ਼ੋਭਦੀ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਵਿਚਾਰ ਕੀਤੀ ਅਮਰੀ ਸਿੱਧੀ ਫਿਰ ਖਬਤ ਰਹੀ। ਤੇ ਜੇ ਮੈਂ ਉਹਨਾਂ ਦੇ ਛਡਾਏ ਹੀ ਬਾਹਰ ਆਇਆ ਤੇ ਫਿਰ ਮੇਰੀ ਤਾਕਤ ਕਿਸ ਕੰਮ ਹੈ। ਕਤ ਉਸ ਹਮ ਗੁਰ ਕੀ ਕਹੀ। ਤੇ ਕਤ ਉਸਤਤ ਹਮ ਗੁਰ ਕੀ ਕਹੀ, ਤੇ ਫਿਰ ਮੇਰੇ ਗੁਰੂ ਦੀ ਉਸਤਤ ਕਿਵੇਂ ਹੋਵੇਗੀ ਜੇ ਮੈਨੂੰ ਇਨ੍ਹਾਂ ਨੇ ਛਡਾਇਆ। ਹਮ ਆਪਣੇ ਪੁਰਖ ਛੁਟੇ। ਮੈਂ ਆਪਣੇ ਬਲ ਦੇ ਨਾਲ, ਆਪਣੀ ਤਾਕਤ ਦੇ ਨਾਲ ਇਸ ਕੁੱਲੂ ਦੇ ਰਾਜੇ ਦੀ ਕੈਦ ਤੋਂ ਬਾਹਰ ਜਾਵਾਂਗਾ। ਫਿਰ ਇਨ ਕੋ ਨਿਜ ਹੱਥਨ ਕੁਟੈ। ਤੇ ਕੈਦ ਤੋਂ ਬਾਹਰ ਆ ਕਰਕੇ ਆਪਣੇ ਹੱਥਾਂ ਦੇ ਨਾਲ ਇਹਨਾਂ ਨੂੰ ਚੰਗਾ ਚਾਹਟਾ ਛਕਾਵਾਂਗਾ ਤੇ ਦੋ ਦੋ ਘਸੁੰਨ ਧਰਾਂਗਾ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਵਿਚਾਰ ਕੀਤੀ। ਕੱਲ ਆਪਾਂ ਸਰਵਣ ਕਰਾਂਗੇ ਕਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਆਪਣੀ ਤਾਕਤ ਦੇ ਨਾਲ, ਆਪਣੇ ਬਲ ਦੇ ਨਾਲ ਕੁੱਲੂ ਰਾਜੇ ਦੀ ਕੈਦ ਤੋਂ ਬਾਹਰ ਆਉਂਦੇ ਨੇ ਤੇ ਫਿਰ ਕੈਦ ਤੋਂ ਬਾਹਰ ਆ ਕਰਕੇ ਬੰਦਾ ਸਿੰਘ ਬਹਾਦਰ ਨੇ ਹੋਰ ਕੀ ਮੋਰਚੇ ਮਾਰੇ ਜਾਂ ਜੋ ਵੀ ਇਤਿਹਾਸ ਦੇ ਵਿੱਚ ਵਾਪਰਿਆ ਕੱਲ ਆਪਾਂ ਸਰਵਣ ਕਰਾਂਗੇ। ਅਰਦਾਸ ਕਰਨੀ, ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਵਿੱਚ ਕਮਾ ਸਕੀਏ। ਆਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਸਾਰੇ ਹੀ ਪਿਆਰ ਸਹਿਤ ਉਚਾਰਨ ਕਰੋ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨਹਾਰ, ਹੇ ਸੰਤਹਿ ਕੇ ਸਦਾ ਸੰਗ ਨਿਧਾਰਾ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ, ਏਕ ਅਖਰ ਹਰ ਮਨ ਬਸਤ ਨਾਨਕ ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੁ ਸਿੰਘ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਨੂੰ ਬਹੁਤ ਹੀ ਪ੍ਰੇਮ ਪਿਆਰ ਸ਼ਰਧਾ ਭਾਵਨਾ ਨਾਲ
ਪ੍ਰਾਚੀਨ ਪੰਥ ਪ੍ਰਕਾਸ਼ ਗੁਰੂ ਇਤਿਹਾਸ ਸਰਵਣ ਕਰਵਾ ਰਹੇ ਸਨ। ਪੰਥ ਦੇ ਪ੍ਰਸਿੱਧ ਕਥਾਵਾਚਕ ਅਤੀ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ, ਮੁੱਖ ਪ੍ਰਚਾਰਕ ਬਾਬਾ ਬੁੱਢਾ ਦਲ 96 ਕਰੋੜੀ,